ਹੈਲੋ ਡੀਅਰ ਸਟੂਡੈਂਟਸ, ਆਪਾਂ ਅੱਜ ਜੋ ਪਾਰਟ ਰਹਿ ਗਿਆ ਸੀ ਅੱਗੇ ਐਸਿਡ ਬੇਸ ਦਾ ਉਹਨੂੰ ਡਿਸਕਸ ਕਰਦੇ ਹਾਂ। ਇਹ ਜਿਹੜਾ ਪਾਰਟ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਦੀ ਕਾਫੀ ਜਿਹੜੀ ਇੰਪੋਰਟੈਂਸ ਹੈਗੀ ਤਾਂ ਇਹਨੂੰ ਧਿਆਨ ਨਾਲ ਸਮਝਣਾ। ਫਸਟ ਜਿਹੜਾ ਕਨਸੈਪਟ ਅਸੀਂ ਸਟੱਡੀ ਕਰਨਾ ਉਹ ਹੈ ਹਾਊ ਸਟਰੋਂਗ ਆਰ ਐਸਿਡ ਔਰ ਬੇਸ ਸੋਲਿਊਸ਼ਨਸ। ਮਤਲਬ ਕਿ ਇੱਥੇ ਵੀ ਜਿਹੜਾ ਐਸਿਡ ਆਪਾਂ ਕਹਿੰਦੇ ਇੱਕ ਸਟਰੋਂਗ ਹੈ, ਉਹ ਕਿੰਨਾ ਕੁ ਸਟਰੋਂਗ ਹੋਊਗਾ ਇਹ ਸਾਨੂੰ ਕਿਵੇਂ ਪਤਾ ਲੱਗੂਗਾ, ਜਾਂ ਕੋਈ ਵੀ ਬੇਸ ਹੈ ਉਹ ਕਿੰਨਾ ਕੁ ਸਟਰੋਂਗ ਹੈ ਇਹਦੇ ਬਾਰੇ ਅਸੀਂ ਕਿਵੇਂ ਪਤਾ ਲਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇੱਥੇ ਜਿਹੜਾ ਮੇਨ ਪਤਾ ਲਾਉਣ ਲਈ ਵਰਤਣਾ ਹੈ ਉਹ pH ਸਕੇਲ ਹੈ। ਇਹ ਜਿਹੜਾ ਮੈਂਸ਼ਨ ਕੀਤਾ ਹੋਇਆ ਇਸ ਤਰ੍ਹਾਂ ਇਹ ਤੁਹਾਨੂੰ pH ਸਕੇਲ ਹੈ। ਜਿਹੜਾ ਆਪਾਂ pH ਪੇਪਰ ਕਹਿੰਦੇ ਉਹਦੇ ਉੱਪਰ ਮਾਰਕਿੰਗ ਕੀਤੀ ਹੁੰਦੀ ਹੈਗੀ 0 ਤੋਂ ਲੈ ਕੇ 14 ਤੱਕ, ਯਾਨੀ ਕਿ 0 ਤੋਂ 14 ਤੱਕ। ਇੱਥੇ ਜਦੋਂ ਵੈਲਿਊ ਜਿਹੜੀ pH ਦੀ 7 ਆਉਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਜਿਹੜਾ ਸਾਡਾ ਕੋਈ ਵੀ ਸੋਲਿਊਸ਼ਨ ਹੈ ਉਹ ਨਿਊਟਰਲ ਹੈ। ਫਾਰ ਐਗਜ਼ਾਮਪਲ ਜਿਵੇਂ ਵਾਟਰ ਆ ਗਿਆ, ਵਾਟਰ ਨਿਊਟਰਲ ਹੁੰਦਾ, ਇਸ ਕਰਕੇ ਉਹਦੀ pH ਕਿੰਨੀ ਹੁੰਦੀ ਹੈ 7 ਹੁੰਦੀ ਹੈ। ਜਾਂ ਆਪਾਂ ਜਿੰਨੇ ਸਾਲਟ ਨਮਕ ਜਿਹੜੇ ਲੂਣ ਵਰਤਦੇ ਹਾਂ ਉਹਨਾਂ ਦੀ pH ਵੀ ਕੀ ਹੁੰਦੀ ਹੈ 7 ਹੁੰਦੀ ਹੈ, ਇਸ ਕਰਕੇ ਉਹਨਾਂ ਨੂੰ ਆਪਾਂ ਨਿਊਟਰਲ ਕਹਿੰਦੇ ਹਾਂ। ਉੱਥੇ pH ਪੇਪਰ ਦਾ ਕੋਈ ਵੀ ਰੰਗ ਜਿਹੜਾ ਉਹ ਨਹੀਂ ਚੇਂਜ ਹੁੰਦਾ। ਅਗਲਾ, ਜੇ pH ਦੀ ਵੈਲਿਊ 7 ਤੋਂ ਘੱਟਦੀ ਜਾਂਦੀ ਹੈ 6 5 4 3 2 1 0 ਤੱਕ, ਤਾਂ ਕੀ ਹੁੰਦਾ ਉੱਥੇ ਜਿੰਨਾ ਸੋਲਿਊਸ਼ਨ ਹੈ ਸਾਡਾ ਉਹ ਸਾਰਾ ਐਸਿਡਿਕ ਨੇਚਰ ਸ਼ੋ ਕਰਦਾ ਹੈ। ਹੁਣ ਐਸਿਡ ਕਿਹੜਾ ਵਾਧੂ, ਇੱਕ ਤੁਹਾਡੇ ਕੋਲ ਇੱਥੇ pH ਜਿਹੜੀ 6 ਆ ਰਹੀ ਹੈ, ਇੱਕ ਤੁਹਾਡੇ ਕੋਲ pH ਜਿਹੜੀ ਉਹ 3 ਆ ਰਹੀ ਹੈ, ਤਾਂ 3 ਵਾਲਾ ਜਿਹੜਾ pH ਹੋਊਗੀ ਉਹ ਵੱਧ ਐਸਿਡਿਕ ਹੋਊਗਾ ਜਿਹੜੇ 6 ਵਾਲੇ ਦੇ ਮੁਕਾਬਲੇ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਐਸਿਡ ਵਾਸਤੇ ਜਿੰਨੀ pH ਦੀ ਵੈਲਿਊ ਕੀ ਹੁੰਦੀ ਜਾਊਗੀ ਘਟਦੀ ਜਾਊਗੀ ਓਨੀ ਉਹ ਜ਼ਿਆਦਾ ਸਟਰੋਂਗ ਐਸਿਡ ਜਿਹੜਾ ਉਹ ਬਣਦਾ ਜਾਊਗਾ, ਕਿਉਂਕਿ ਉਹਦੇ ਵਿੱਚ ਆਇਨਾਂ ਦੀ ਗਿਣਤੀ ਜਿਹੜੀ H ਪੋਜ਼ਿਟਿਵ ਦੀ ਉਹ ਵਧਦੀ ਜਾਣੀ ਹੈ। ਇਸ ਕਰਕੇ ਆਪਾਂ ਕਹਾਂਗੇ ਉਹਦੀ ਐਸਿਡਿਕ ਨੇਚਰ ਵੀ ਕੀ ਹੁੰਦੀ ਜਾਊਗੀ ਇਨਕਰੀਜ਼ ਹੁੰਦੀ ਜਾਊਗੀ, ਵੱਧਦੀ ਜਾਊਗੀ। ਇਸ ਤੋਂ ਉਲਟ ਜੇ pH ਦਾ ਮੁੱਲ ਜਿਹੜਾ ਉਹ 7 ਤੋਂ ਵੱਧ ਜਾਂਦਾ ਹੈਗਾ, ਯਾਨੀ ਕਿ 7 ਤੋਂ ਜਿਹੜਾ ਇਨਕਰੀਜ਼ ਕਰਦੀ ਜਿਹੜੀ ਵੈਲਿਊ pH ਸਕੇਲ ਦੇ ਉੱਪਰ, ਤਾਂ ਕੀ ਹੁੰਦਾ 8 9 10 ਇੱਥੇ 11 12 13 14 ਤੱਕ ਜਾਣਾ ਹੈਗਾ, ਤਾਂ ਤੁਹਾਡੇ ਕੋਲ pH ਇੱਕ ਜਿੰਨੀ ਵਧਣੀ ਹੈ ਇੱਥੇ ਬੇਸ ਦੇ ਕੇਸ ਵਿੱਚ ਉਨੀ ਉਹ ਬੇਸ ਕੀ ਹੋਊਗਾ ਸਟਰੋਂਗ ਹੋਊਗਾ, ਉਨੀ ਉਹ ਬੇਸਿਕ ਸੋਲਿਊਸ਼ਨ ਜਿਹੜਾ ਉਹ ਸਟਰੋਂਗ ਮਿਲਣਾ ਤੁਹਾਨੂੰ। ਯਾਨੀ ਕਿ pH 7 ਤੋਂ ਵਧਣ ਨਾਲ ਬੇਸਿਕ ਨੇਚਰ ਵੱਧਦੀ ਜਾਂਦੀ ਹੈ, ਅਤੇ ਐਸਿਡ ਲਈ ਉਲਟ ਹੈ, ਜਿੰਨੀ 7 ਤੋਂ pH ਘਟਦੀ ਜਾਊ ਉਨੀ ਉਹ ਵੱਧ ਐਸਿਡਿਕ ਬਣਦਾ ਜਾਊਗਾ। ਇਹ ਸੀ pH ਪੇਪਰ ਬਾਰੇ। ਇਸ ਲਈ ਆਪਾਂ ਇਹ ਕਹਾਂਗੇ ਕਿ pH ਪੇਪਰ 'ਤੇ ਜਿਹੜਾ ਆਪਾਂ ਕਹਾਂਗੇ ਕੋਈ ਵੀ ਸੋਲਿਊਸ਼ਨ ਉਹਨੂੰ ਨਿਊਟਰਲ ਕਿਹਾ ਜਾਊ ਜੇਕਰ pH ਦਾ ਮੁੱਲ 7 ਹੈ। ਜੇ ਲੈਸ ਦੈਨ ਜਿਹੜਾ 7 ਆ ਰਿਹਾ ਤਾਂ pH ਸਕੇਲ ਦੇ ਮੁਤਾਬਕ ਤਾਂ ਉਹ ਐਸਿਡਿਕ ਸੋਲਿਊਸ਼ਨ ਨੂੰ ਰਿਪਰਜੈਂਟ ਕਰੂਗਾ। ਜੇਕਰ pH ਦਾ ਜਿਹੜਾ ਮੁੱਲ ਹੈ ਉਹ 7 to 14 ਜਾਂ 7 ਤੋਂ ਮੋਰ ਆ ਰਿਹਾ ਹੈਗਾ ਤਾਂ ਉਹ ਰਿਪਰਜੈਂਟ ਕਰੂਗਾ ਬੇਸਿਕ ਸੋਲਿਊਸ਼ਨ ਨੂੰ। ਇਸ ਤਰ੍ਹਾਂ ਆਪਾਂ ਪਤਾ ਲਗਾ ਸਕਦੇ ਹਾਂ ਕੋਈ ਵੀ ਐਸਿਡ ਸਟਰੋਂਗ ਹੈ ਜਾਂ ਬੇਸ ਕਹਿ ਲਓ ਸਟਰੋਂਗ ਹੈ, ਉਹਦੇ ਉਹ ਡਿਪੈਂਡ ਕਰਨਾ pH ਦੀ ਵੈਲਿਊ 'ਤੇ। ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨਸ ਦੇ ਲਈ ਕੁਛ ਵੈਲਿਊਜ਼ ਦਿੱਤੀਆਂ ਜਾਂਦੀਆਂ ਨੇ, ਜਿਵੇਂ ਇੱਥੇ ਤੁਹਾਨੂੰ pH ਦਾ ਮੁੱਲ ਲਿਖਤਾ ਵੀ 2 4 6 6.5। ਤੁਹਾਨੂੰ ਪੁੱਛਿਆ ਜਾਂਦਾ ਹੈ ਕਿਹੜਾ ਮੋਰ ਐਸਿਡਿਕ ਜਿਹੜਾ ਰਿਪਰਜੈਂਟ ਕਰ ਰਿਹਾ ਹੈਗਾ ਵੈਲਿਊ ਜਿਹੜੀ ਐਸਿਡ ਲਈ, ਤਾਂ ਤੁਸੀਂ ਸਭ ਤੋਂ ਘੱਟ ਵਾਲੀ ਵੈਲਿਊ ਜਿਹੜੀ ਉਹਨੂੰ ਸਿਲੈਕਟ ਕਰ ਲੈਣਾ। ਇਸੇ ਤਰ੍ਹਾਂ ਬੇਸ ਵਾਲੀ ਕੇਸ ਵਿੱਚ ਜੇ ਵੈਲਿਊ ਦਿੱਤੀਆਂ ਹੋਈਆਂ ਤੁਸੀਂ ਲੱਭਣਾ ਵੀ ਕਿਹੜਾ ਜ਼ਿਆਦਾ ਸਟਰੋਂਗ ਬੇਸ ਹੈ, ਤਾਂ ਜਿਹੜੀ ਸਭ ਤੋਂ ਮੈਕਸਿਮਮ ਵੈਲਿਊ ਹੋਊਗੀ ਤੁਸੀਂ ਉਹਨੂੰ ਚੂਜ਼ ਕਰਨਾ ਹੈਗਾ ਸਟਰੋਂਗ ਬੇਸ ਵਾਸਤੇ। ਜੇ ਤੋਂ ਉਲਟ ਵੀਕ ਬੇਸ ਵਾਸਤੇ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਸਭ ਤੋਂ ਘੱਟ ਵੈਲਿਊ ਨੂੰ ਸਿਲੈਕਟ ਕਰੋਗੇ MCQ ਟਾਈਪ ਕੁਐਸਚਨਸ ਦੇ ਵਿੱਚ। ਇਸ ਤੋਂ ਬਾਅਦ ਆਪਾਂ ਅਗਲਾ ਪਾਰਟ ਕੰਟੀਨਿਊ ਕਰਦੇ ਹਾਂ। ਇਸ ਤੋਂ ਬਾਅਦ ਆਉਂਦਾ ਇੰਪੋਰਟੈਂਸ ਕੀ ਹੈਗੀ pH ਦੀ ਇਨ ਆਵਰ ਡੇਲੀ ਲਾਈਫ, ਮਤਲਬ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਜਿਹੜਾ pH ਹੈ ਉਹ ਕਿੱਥੇ ਕਿੱਥੇ ਜਿਹੜਾ ਮੇਨ ਆਪਦੀ ਇੰਪੋਰਟੈਂਸ ਜਿਹੜੀ ਉਹ ਰੱਖਦੀ ਹੈਗੀ। ਸਭ ਤੋਂ ਫਸਟ, ਵਾਟ ਇਜ਼ ਦਾ pH ਆਫ ਸੋਇਲ ਇਨ ਯੂਅਰ ਬੈਕਯਾਰਡ। ਜਿਵੇਂ ਆਪਾਂ ਕਹਿ ਲਓ ਆਪਣੇ ਕੋਈ ਘਰ ਵਿੱਚ ਬਗੀਚਾ ਬਣਿਆ ਹੋਇਆ ਛੋਟਾ ਜਿਹਾ, ਉੱਥੇ ਪਲਾਂਟਸ ਆਪਾਂ ਉਗਾਉਣਾ ਚਾਹੁੰਦੇ ਹਾਂ ਤਾਂ ਉੱਥੇ ਸਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਪੈਣਾ, ਮਿੱਟੀ ਦੀ ਜਿਹੜੀ ਸੋਇਲ ਦੀ pH ਦਾ। ਜੇ pH ਉੱਥੇ ਜ਼ਿਆਦਾ ਘੱਟ ਆ ਰਹੀ ਹੈ 7 ਤੋਂ, ਉੱਥੇ ਐਸਿਡਿਕ ਹੈ, ਤਾਂ ਉੱਥੇ ਜਿਹੜੇ ਪਲਾਂਟਸ ਹੈ ਉਹ ਪ੍ਰੋਪਰ ਗਰੋ ਨਹੀਂ ਕਰਨੇ, ਕਿਉਂਕਿ ਪਲਾਂਟਸ ਨੂੰ ਕੀ ਹੁੰਦੀ ਹੈ ਲੋੜ ਹੁੰਦੀ ਹੈ ਇੱਕ ਸਪੈਸੀਫਿਕ pH ਦੀ ਰੇਂਜ ਦੀ। ਜੇ ਉਹ ਸਹੀ ਨਹੀਂ ਮਿਲਦੀ ਤਾਂ ਜਿਹੜੇ ਪਲਾਂਟ ਹੈ ਉਹ ਹੈਲਦੀ ਗਰੋ ਨਹੀਂ ਕਰ ਪਾਉਣਗੇ। ਇਸ ਲਈ pH ਰੇਂਜ ਸਾਨੂੰ ਸਹੀ ਰੱਖਣੀ ਪਊਗੀ ਉੱਥੇ ਹੈਲਦੀ ਗਰੋਥ ਵਾਸਤੇ। ਮੰਨ ਲਓ ਜੇ ਉੱਥੇ ਪਲਾਂਟ ਜਿਹੜੇ ਹੈਲਦੀ ਗਰੋ ਨਹੀਂ ਕਰ ਰਹੇ, ਆਪਾਂ ਕਰਵਾਉਣਾ ਚਾਹੁੰਦੇ ਹਾਂ ਐਸਿਡਿਕ ਜਿਹੜੀ ਸੋਇਲ ਦੀ ਨੇਚਰ ਬਣੀ ਹੋਈ ਹੈ, ਤਾਂ ਉੱਥੇ ਸਾਨੂੰ ਥੋੜ੍ਹਾ ਜਿਹਾ ਬੇਸ ਜਿਹੜਾ ਉਹਦੇ ਵਿੱਚ ਮਿਕਸ ਕਰਨਾ ਪੈਣਾ। ਯਾਨੀ ਕਿ ਆਪਾਂ ਕਹਿ ਦਿੰਦੇ ਜਿਵੇਂ ਆਮ ਹੀ ਵਰਤਿਆ ਜਾਂਦਾ ਕੈਲਸ਼ੀਅਮ ਕਾਰਬੋਨੇਟ, ਜਿਹਨੂੰ ਆਪਾਂ ਕਹਿੰਦੇ ਵਾਈਟ ਵਾਸ਼ ਵਾਸਤੇ ਵੀ ਵਰਤਿਆ ਜਾਂਦਾ ਹੈਗਾ, ਕਲੀ ਬੋਲਿਆ ਜਾਂਦਾ ਇਹਨੂੰ ਪੰਜਾਬੀ ਦੇ ਵਿੱਚ।
ਉਹਦੀ ਆਪਾਂ ਵਰਤੋਂ ਕਰਕੇ ਕਿ ਉੱਥੇ ਜਿਹੜਾ ਸੋਇਲ ਦੀ ਨੇਚਰ ਹੈ ਉਹਨੂੰ ਥੋੜ੍ਹਾ ਨਿਊਟਰਲ ਕਰ ਸਕਦੇ ਹਾਂ ਤਾਂ ਕਿ ਜਿਹੜੇ ਪਲਾਂਟਸ ਆ ਉਹ ਹੈਲਦੀ ਗਰੋ ਕਰ ਸਕਣ। ਨੈਕਸਟ ਪਾਰਟ ਆਉਂਦਾ pH ਇਨ ਆਵਰ ਡਾਈਜੈਸਟਿਵ ਸਿਸਟਮ, ਯਾਨੀ ਕਿ ਜਿਹੜਾ ਸਾਡਾ ਭੋਜਨ ਹਜਮ ਹੁੰਦਾ ਹੈਗਾ ਬੋਡੀ ਦੇ ਵਿੱਚ, ਉਹਦੇ ਲਈ ਵੀ ਬਹੁਤ ਇੰਪੋਰਟੈਂਸ ਹੈਗੀ pH ਦੀ। ਹੁਣ ਜਿਹੜੀ ਸਾਡੀ ਬੋਡੀ ਹੈ ਉਹਨੇ ਵਰਕ ਕਦੋਂ ਕਰਨਾ ਸਹੀ, ਜਦੋਂ pH ਦਾ ਮੁੱਲ ਹੈ ਜਿਹੜਾ ਉਹ 7 to 7.8 ਰਹਿਣਾ, ਯਾਨੀ ਕਿ ਥੋੜ੍ਹਾ ਬੇਸਿਕ। ਜੇ 7 ਤੋਂ pH ਡਾਊਨ ਜਾਂਦੀ ਹੈ ਤਾਂ ਨਾਲ ਦੀ ਨਾਲ ਕੀ ਹੁੰਦਾ ਹੈਗਾ ਆਪਣੇ ਬੋਡੀ ਦੇ ਵਿੱਚ ਜਿਹੜੀ ਆਪਾਂ ਨੂੰ ਪੇਨ ਅਤੇ ਜਿਹੜਾ ਇਰੀਟੇਸ਼ਨ, ਜਿਹੜੀ ਜਲ ਨੈੜੀ ਜਾਂ ਦਰਦ ਉਹ ਸ਼ੁਰੂ ਹੋ ਜਾਂਦਾ ਹੈਗਾ। ਇਸ ਲਈ ਆਪਾਂ ਕਹਿ ਸਕਦੇ ਹਾਂ ਜਿਹੜੀ pH ਜਿਹੜੀ ਸਾਡੀ ਬੋਡੀ ਵਾਸਤੇ ਉਹ ਨੋਰਮਲ ਰਹਿਣੀ ਬਹੁਤ ਜ਼ਰੂਰੀ ਹੈ। ਇਹ ਤੋਂ ਬਿਨਾਂ ਇੱਕ ਇਹ ਵੀ ਇੰਟਰਸਟਿੰਗ ਪੁਆਇੰਟ ਹੈਗਾ, ਜਿਹੜਾ ਆਪਣਾ ਸਟਮਕ ਹੈ, ਸਟਮਕ ਦੇ ਵਿੱਚ ਜਦੋਂ ਵੀ ਹਾਈਡਰੋਕਲੋਰਿਕ ਐਸਿਡ ਜਿਹੜਾ ਪ੍ਰੋਡਿਊਸ ਹੁੰਦਾ ਉਹ ਹੈਲਪ ਕਰਦਾ ਹੈਗਾ ਇੱਕ ਤਾਂ ਫੂਡ ਹੈ ਜਿਹੜਾ ਆਪਣਾ ਉਹਨੂੰ ਡਾਈਜੈਸਟ ਕਰਨ ਦੇ ਵਿੱਚ, ਅਤੇ ਨਾਲ ਹੀ ਨਾਲ ਜਿਹੜੇ HCl ਐਸਿਡ ਹੈ ਜਿਹੜੇ ਐਨਜ਼ ਪੈਦਾ ਕਰਦਾ ਹੈ ਉਹ ਕਾਫੀ ਸਾਰੇ ਐਨਜ਼ਾਈਮ ਹੁੰਦੇ ਜਿਹੜੇ ਉਹਨਾਂ ਨੂੰ ਐਕਟੀਵੇਟ ਦੇ ਵੀ ਕਰਦਾ ਹੈ, ਯਾਨੀ ਕਿ ਜਿੰਨੇ ਐਨਜ਼ਾਈਮ ਹੈ ਉਹਨਾਂ ਦੀ ਜਿਹੜੀ ਰੇਟ ਹੈਗੀ ਵਰਕ ਕਰਨ ਦੀ, ਜਿਹੜੀ ਵਰਕਿੰਗ ਕਪੈਸਿਟੀ ਹੈ ਜਾਂ ਕਿਸੇ ਵੀ ਰਿਐਕਸ਼ਨ ਨੂੰ ਕੰਪਲੀਟ ਕਰਨ ਦੀ ਉਹਨੂੰ ਫਾਸਟ ਕਰ ਦਿੰਦੇ ਨੇ ਜਿਹੜੇ ਐਸਿਡ ਦੇ ਵਿੱਚ ਦੁਬਾਰਾ ਪੈਦਾ ਕੀਤੇ ਗਏ ਆਇਨਸ। ਤਾਂ ਆਪਣਾ ਜਿਹੜਾ ਫੂਡ ਹੈ ਉਹਨੂੰ ਡਾਈਜੈਸਟ ਕਰਨ ਦੇ ਵਿੱਚ ਇਹ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਅਕਸਰ ਇੱਕ ਸੁਜੈਸ਼ਨ ਦਿੱਤਾ ਜਾਂਦਾ ਹੁੰਦਾ ਹੈ ਕਿ ਜਦੋਂ ਤੁਸੀਂ ਖਾਣਾ ਹੈ ਤਾਂ ਉਦੋਂ ਕੁਛ ਮਿੰਟ ਪਹਿਲਾਂ ਜ਼ਿਆਦਾ ਪਾਣੀ ਨਾ ਪੀਓ, ਜਾਂ ਖਾਣਾ ਖਾਣ ਦੇ ਆਪਾਂ ਨਾਲ ਜ਼ਿਆਦਾ ਪਾਣੀ ਪੀਂਦੇ ਹਾਂ ਉਹਦੇ ਨਾਲ ਆਪਣਾ ਪ੍ਰੋਪਰ ਫੂਡ ਡਾਈਜੈਸਟ ਕਿਉਂ ਨਹੀਂ ਹੁੰਦਾ, ਕਿਉਂਕਿ ਜਦੋਂ ਪਾਣੀ ਜ਼ਿਆਦਾ ਪੀ ਲੈਂਦੇ ਹਾਂ ਤਾਂ ਜਿਹੜੇ ਬੋਡੀ ਨੇ ਆਪਣੀ ਭੋਜਨ ਨੂੰ ਹਜਮ ਕਰਨ ਲਈ ਜਿਹੜਾ ਐਸਿਡ ਪ੍ਰੋਡਿਊਸ ਕੀਤਾ ਹੈ ਉਹ ਡਿਲਿਊਟ ਹੋ ਜਾਂਦਾ ਹੈਗਾ। ਡਿਲਿਊਟ ਹੋ ਜਾਂਦਾ ਹੈ, ਐਨਜ਼ਾਈਮ ਨੂੰ ਜ਼ਿਆਦਾ ਉਹ ਤੇਜ਼ ਨਹੀਂ ਕਰ ਪਾਉਂਦਾ, ਐਕਟੀਵੇਟ ਨਹੀਂ ਕਰ ਪਾਉਂਦਾ, ਜਿਹਦੇ ਕਰਕੇ ਖਾਣਾ ਹਜਮ ਹੋਣ ਦੇ ਵਿੱਚ ਕੀ ਲੱਗਦਾ ਸਮਾਂ, ਅਤੇ ਫਿਰ ਸਾਡੇ ਵਿੱਚ ਥੋੜ੍ਹਾ ਜਿਹਾ ਲੇਜ਼ੀਪਨ ਦੇਖਣ ਨੂੰ ਜਿਹੜਾ ਲੰਬਾ ਸਮਾਂ ਜਿਹੜਾ ਮਿਲਦਾ ਹੈਗਾ। ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ ਵੀ pH ਜਿਹੜੀ ਬੋਡੀ ਦੇ ਵਰਕ ਕਰਨ ਲਈ ਨੋਰਮਲੀ ਉਹ ਤਾਂ 7 to 7.8 ਚਾਹੀਦੀ ਹੈ, ਬਟ ਇਹਦੇ ਨਾਲ ਜਿਹੜਾ pH ਜਿਹੜੀ ਇੰਟਰਸਟਿੰਗ ਪੁਆਇੰਟ ਇਹੀ ਹੈ ਵੀ ਆਪਣੇ ਡਾਈਜੈਸਟਿਵ ਸਿਸਟਮ ਲਈ ਵੀ ਬਹੁਤ ਜ਼ਰੂਰੀ ਹੈ ਜਿਹੜਾ pH, ਯਾਨੀ ਕਿ ਜ਼ਿਆਦਾ ਐਸਿਡਿਕ ਹੋਣਾ ਜ਼ਰੂਰੀ ਹੈਗਾ, ਪਰ ਲਿਮਟ ਤੋਂ ਵੱਧ ਹੈ ਫਿਰ ਆਪਾਂ ਨੂੰ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਜ਼ਿਆਦਾ ਐਸਿਡ ਪ੍ਰੋਡਿਊਸ ਹੋ ਵੀ ਜਾਂਦਾ ਹੈ, ਆਪਣਾ ਹੈਡ ਪੇਨ ਕਰਦਾ ਹੈਗਾ ਜਾਂ ਪੇਟ ਦੇ ਵਿੱਚ ਜਲਨ ਹੁੰਦੀ ਹੈ, ਤਾਂ ਉੱਥੇ ਐਸਿਡਿਕ ਨੂੰ ਆਪਾਂ ਨੋਰਮਲ ਕਰਨ ਵਾਸਤੇ ਕੀ ਯੂਜ਼ ਕਰਦੇ ਹੈਗੇ ਮਿਲਕ ਆਫ ਮੈਗਨੀਸ਼ੀਆ, ਜਿਹਨੂੰ ਕਹਿੰਦੇ ਆ ਮੈਗਨੀਸ਼ੀਅਮ ਹਾਈਡਰੋਕਸਾਈਡ। ਇੱਕ ਐਂਟਾਸਿਡ ਦੇ ਤੌਰ 'ਤੇ ਵਰਕ ਕਰਦਾ ਜਿਹੜਾ ਨਿਊਟਰਲਾਈਜ਼ ਕਰ ਦਿੰਦਾ ਜਿਹੜਾ ਲੋੜ ਤੋਂ ਵੱਧ ਆਪਣਾ ਐਸਿਡ ਜਿਹੜਾ ਬੋਡੀ ਦੇ ਵਿੱਚ ਪ੍ਰੋਡਿਊਸ ਹੋ ਚੁੱਕਿਆ ਹੈਗਾ। ਅਗਲਾ ਪਾਰਟ ਜਿਹੜਾ ਹੈਗਾ ਉਹ ਸਾਡੇ ਜਿਹੜੇ ਟੀਥ ਦੇ ਨਾਲ ਰਿਲੇਟਡ ਹੈਗਾ। ਹੁਣ pH ਜਿਹੜੀ ਜੋ ਚੇਂਜ ਹੁੰਦੀ ਹੈ ਤਾਂ ਉਹ ਕੀ ਕਰ ਸਕਦੀ ਹੈ, ਕਾਜ਼ ਆਫ ਟੂਥ ਡਿਕੇ, ਯਾਨੀ ਕਿ ਸਾਡੇ ਦੰਦਾਂ ਦਾ ਖੋਰਨਾ ਜਿਹੜਾ ਉਹ ਸ਼ੁਰੂ ਕਰ ਸਕਦੀ ਹੈ। ਮੰਨ ਲਓ ਆਪਾਂ ਖਾਣਾ ਖਾਧਾ, ਆਪਣੇ ਦੰਦਾਂ ਦੇ ਵਿੱਚ ਕੁਛ ਭੋਜਨ ਦੇ ਜਿਹੜੇ ਟੁਕੜੇ ਉਹ ਰੁਕੇ ਰਹਿ ਗਏ, ਤਾਂ ਉਹ ਐਸਿਡ ਦੇ ਵਿੱਚ ਕਨਵਰਟ ਹੋ ਜਾਣਗੇ। ਐਸਿਡ ਦੇ ਵਿੱਚ ਕਨਵਰਟ ਹੋਣਗੇ ਤਾਂ ਉਹ ਨੁਕਸਾਨ ਕਿਹਨੂੰ ਪਹੁੰਚਾਉਣਗੇ, ਜਿਹੜੀ ਆਪਣੇ ਦੰਦਾਂ ਦੇ ਉੱਪਰ ਪਰਤ ਹੈਗੀ ਇੱਕ ਲੇਅਰ ਹੈ ਅਨੇਮਲ ਦੀ, ਇਹਨੂੰ ਸਭ ਤੋਂ ਸਟਰੋਂਗੈਸਟ ਜਿਹੜਾ ਮੰਨਿਆ ਜਾਂਦਾ ਹੈ, ਵਾਟਰ 'ਚ ਵੀ ਡਿਜ਼ੋਲਵ ਨਹੀਂ ਹੁੰਦੀ, ਬਟ ਇਹਨੂੰ ਅਫੈਕਟ ਕੌਣ ਕਰਦਾ ਹੈਗਾ ਐਸਿਡ। ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ ਕਿ ਵੀ ਸਾਡੀ ਐਨੀਮਲ ਦੀ ਜਿਹੜੀ ਪਰਤ ਹੈ ਦੰਦਾਂ ਦੇ ਉੱਪਰ, ਇਹ ਤੁਸੀਂ ਦੇਖ ਸਕਦੇ ਹੋ, ਇਹਨੂੰ ਵਾਚ ਕਰਨਾ ਹੋਵੇ, ਇਹ ਬਿਲਕੁਲ ਜਿਹੜੀ ਆਪਣੀ ਉੱਪਰ ਵਾਲੀ ਲੇਅਰ ਤੁਹਾਨੂੰ ਥੋੜ੍ਹੀ ਜਿਹੀ ਟਰਾਂਸਪੇਰੈਂਟ ਲੱਗਦੀ ਹੈ, ਅੰਦਰ ਕੈਲਸ਼ੀਅਮ ਤਾਂ ਵਾਈਟ ਕਲਰ ਦਾ ਹੁੰਦਾ ਜਿਹੜਾ ਟੀਥ ਦੇ ਵਿੱਚ, ਉਹਦੇ ਉੱਪਰ ਬਿਲਕੁਲ ਇੱਕ ਬਰੀਕ ਜਿਹੀ ਜਿਹੜੀ ਸਾਨੂੰ ਟਰਾਂਸਪੇਰੈਂਟ ਜਿਹੜੀ ਲੇਅਰ ਦੇਖਣ ਨੂੰ ਮਿਲਦੀ ਹੈ ਉਹ ਐਨੀਮਲ ਦੀ ਪਰਤ ਹੁੰਦੀ ਹੈ। ਇਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ, ਇਹਨੂੰ ਐਸਿਡ ਇਫੈਕਟ ਕਰੂਗਾ। ਅਤੇ ਬਣੀ ਕਾਹਤੋਂ ਹੁੰਦੀ ਹੈ, ਕੈਲਸ਼ੀਅਮ ਹਾਈਡਰੋਕਸੀ ਐਪੇਟਾਈਟ ਤੋਂ, ਯਾਨੀ ਕਿ ਕ੍ਰਿਸਟਲਾਈਨ ਫਾਰਮ ਆਫ, ਅਗਲਾ ਕ੍ਰਿਸਟਲਾਈਨ ਫਾਰਮ ਜਾਂ ਆਪਾਂ ਕਹਿ ਸਕਦੇ ਹਾਂ ਕ੍ਰਿਸਟਲਾਈਨ ਫਾਰਮ ਹੈ ਕੈਲਸ਼ੀਅਮ ਫਾਸਫੇਟ ਦੀ, ਅਤੇ ਨਾਲ ਹੀ ਆਪਾਂ ਪਹਿਲਾਂ ਹੀ ਕਿਹਾ ਹੋਇਆ ਵੀ ਇਹ ਹਾਰਡੈਸਟ ਸਬਸਟਾਂਸ ਹੈ। ਫਿਰ ਇਹਨੂੰ ਬਚਾਉਣ ਦਾ ਇੱਕੋ ਇੱਕ ਬੈਸਟ ਵੇ ਕੀ ਹੈਗਾ, ਪ੍ਰੀਵੈਂਟ ਕਰਨ ਦਾ ਐਨੀਮਲ ਜਿਹੜੀ ਲੇਅਰ ਨੂੰ, ਕਿ ਅਸੀਂ ਕਲੀਨ ਕਰੀਏ ਆਪਣੇ ਜਿਹੜੇ ਮਾਊਥ ਨੂੰ, ਯਾਨੀ ਕਿ ਟੀਥ ਨੂੰ, ਆਫਟਰ ਈਟਿੰਗ ਫੂਡ। ਜਦੋਂ ਆਪਾਂ ਖਾਣਾ ਖਾਧਾ ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਟੀਥ ਹੈ ਉਹ ਸਾਫ਼ ਕਰ ਲੈਣੇ ਚਾਹੀਦੇ ਆ। ਹੁਣ ਇੱਥੇ ਆਪਾਂ ਜਿਹੜਾ ਪੇਸਟ ਯੂਜ਼ ਕਰਦੇ ਹਾਂ ਉਹ ਤੁਸੀਂ ਇਹ ਸੋਚੋ ਵੀ ਉਹ ਐਸਿਡਿਕ ਹੋਊਗਾ ਕਿ ਬੇਸਿਕ। ਹੁਣ ਦੰਦਾਂ ਦੇ ਵਿੱਚ ਖਾਣਾ ਜਿਹੜਾ ਕੁਛ ਟੁਕੜੇ ਰਹਿੰਦੇ ਆ ਉਹ ਕੀ ਬਣਾਉਂਦੇ ਨੇ, ਐਸਿਡ ਬਣਾਉਂਦੇ। ਐਸਿਡ ਨੂੰ ਖ਼ਤਮ ਕੌਣ ਕਰੂਗਾ, ਬੇਸ। ਇਸ ਕਰਕੇ ਆਪਣੇ ਪੇਸਟ ਹੈ ਜਿਹੜਾ ਉਹਦੀ ਨੇਚਰ ਜਿਹੜੀ ਤੁਹਾਨੂੰ ਕਿਹੜੀ ਮਿਲਣੀ ਹੈਗੀ, ਬੇਸਿਕ।
ਲਾਸਟ ਪਾਰਟ ਜਿਹੜਾ ਆਪਣੇ ਕੋਲ ਉੱਥੇ ਪੁੱਛਿਆ ਜਾਂਦਾ ਵੀ ਸੈਲਫ ਡਿਫੈਂਸ ਬਾਏ ਦਾ ਐਨੀਮਲਸ ਐਂਡ ਪਲਾਂਟਸ ਥਰੂ ਕੈਮੀਕਲ ਵਾਰਫੇਅਰ, ਯਾਨੀ ਕਿ ਜਿਹੜੇ ਪੌਦੇ ਆ ਜਾਂ ਕੁਛ ਜੀਵ ਨੇ ਜਿਹੜੇ ਛੋਟੇ ਛੋਟੇ, ਉਹ ਆਪਣੇ ਬਚਾਅ ਦੇ ਲਈ ਕੁਛ ਕੀ ਹੈਗੇ ਯੂਜ਼ ਕਰਦੇ ਕੁਛ ਕੈਮੀਕਲਸ ਜਿਹੜੇ ਸਬਸਟੈਂਸ। ਫਾਰ ਐਗਜ਼ਾਮਪਲ ਹਨੀ ਬੀ, ਜਿਹੜਾ ਤੁਹਾਨੂੰ ਪਤਾ ਵੀ ਸ਼ਾਇਦ ਦੀ ਮੱਖੀ ਹੁੰਦੀ ਆ, ਉਹ ਫ੍ਰੀ ਆਫ ਕਾਸਟ ਸਾਡੀ ਬੋਡੀ 'ਚ ਜਿਹੜਾ ਇੰਜੈਕਸ਼ਨ ਲਾ ਦਿੰਦੀ ਹੈਗੀ। ਤਾਂ ਉੱਥੇ ਉਹ ਜਦੋਂ ਇੰਜੈਕਸ਼ਨ ਲਾ ਦਿੰਦੀ ਹੈ ਸਾਡੇ ਜਾਂ ਸਾਡੇ ਕੱਟ ਕਰਦੀ ਹੈ ਕੀ, ਤਾਂ ਕੀ ਹੁੰਦਾ ਹੈਗਾ ਜਿਹੜਾ ਵੀ ਸਟਿੰਗ ਜਿਹੜਾ ਉਹ ਡੰਗ ਮਾਰਦੀ ਹੈ, ਉਹ ਲੀਵ ਕਰਦਾ ਆਪਣੀ ਬੋਡੀ ਵਿੱਚ ਐਨ ਐਸਿਡ, ਅਤੇ ਐਸਿਡ ਕਿਹੜਾ ਛੱਡਦਾ ਉਹ ਮੀਥੇਨੋਇਕ ਐਸਿਡ। ਜਿਹੜਾ ਮੀਥੇਨੋਇਕ ਐਸਿਡ ਆਪਣੀ ਬੋਡੀ 'ਚ ਰਹਿ ਜੂ, ਉਹਦੇ ਕਰਕੇ ਆਪਾਂ ਨੂੰ ਪੇਨ ਅਤੇ ਇਰੀਟੇਸ਼ਨ ਜਿਹੜੀ ਜਲਨ ਹੈਗੀ ਅਤੇ ਦਰਦ ਸ਼ੁਰੂ ਹੋ ਜਾਂਦਾ। ਫਿਰ ਇਹਦਾ ਸੋਲਿਊਸ਼ਨ ਸਾਰਿਆਂ ਨੂੰ ਬੈਸਟ ਕੀ ਹੈ, ਇਹ ਬੋਡੀ 'ਚ ਕੀ ਛੱਡ ਕੇ ਗਈ ਹੈ ਸਾਡੀ ਵਿੱਚ ਐਸਿਡ। ਤਾਂ ਇਹਦਾ ਸੋਲਿਊਸ਼ਨ ਕੀ ਹੈ ਵੀ ਆਪਾਂ ਥੋੜ੍ਹਾ ਜਿਹਾ ਜਿਹੜਾ ਵੇਸ ਜਿਹੜਾ ਯੂਜ਼ ਕਰੀਏ, ਜਿਵੇਂ ਬੇਕਿੰਗ ਸੋਡਾ ਉਹਨੂੰ ਵਾਟਰ ਦੇ ਵਿੱਚ ਮਿਕਸ ਕਰਕੇ, ਜਿੱਥੇ ਆਪਣੇ ਜਿਹੜਾ ਉਹਨੇ ਸਟੰਗ ਕੱਟ ਕੀਤਾ ਸੀਗਾ ਜਿਹੜਾ ਡੰਗ ਮਾਰਿਆ ਸੀ, ਉਸ ਜਗ੍ਹਾ ਦੇ ਉੱਪਰ ਲਗਾਓ ਤਾਂ ਆਪਾਂ ਨੂੰ ਥੋੜ੍ਹਾ ਕੀ ਦੇਊਗਾ ਉਹ ਰਿਲੀਫ, ਯਾਨੀ ਕਿ ਪੇਨ ਜਿਹੜਾ ਉਹਨੂੰ ਘਟਾ ਦੂ। ਕਿਉਂ ਘਟਾ ਦੂ ਪੇਨ? ਕਿਉਂਕਿ ਜਿਹੜਾ ਉਹਨੇ ਐਸਿਡ ਛੱਡਿਆ ਸੀ ਮੀਥੇਨੋਇਕ ਐਸਿਡ, ਉਹਨੂੰ ਬੇਕਿੰਗ ਸੋਡਾ ਕੀ ਕਰ ਦੂ ਨਿਊਟਰਲਾਈਜ਼, ਤਾਂ ਕਿ ਆਪਣੇ ਜਿਹੜਾ ਜਲਨ ਅਤੇ ਪੇਨ ਆ ਉਹ ਘੱਟ ਹੋ ਸਕੇ। ਇਹ ਆਪਾਂ ਪੜ੍ਹਿਆ ਵੀ ਪੀਐਚ ਸਕੇਲ ਬਾਰੇ, ਅਤੇ ਪੀਐਚ ਦੀ ਜਿਹੜੀ ਇੰਪੋਰਟੈਂਸ ਕੀ ਆਪਣੀ ਡੇਲੀ ਲਾਈਫ ਦੇ ਵਿੱਚ ਉਹਦੇ ਬਾਰੇ। ਇੱਕ ਇਹਦੇ ਨਾਲ ਹੀ ਪੁਆਇੰਟ ਜਿਹੜਾ ਰਹਿ ਗਿਆ ਸੀ ਮੇਨ, ਕਿ ਐਸਿਡ ਰੇਨ ਦੀ ਤੁਹਾਨੂੰ ਕਈ ਵਾਰ ਪੀਐਚ ਪੁੱਛਿਆ ਜਾਂਦਾ ਵੀ ਕਿੰਨੀ ਹੁੰਦੀ ਹੈ, ਤਾਂ ਤੁਸੀਂ ਉੱਥੇ ਕਹਿਣਾ ਵੀ ਐਸਿਡ ਰੇਨ ਜਿਹੜੀ ਉਹਦੀ ਪੀਐਚ ਜਿਹੜੀ ਉਹ 5.5 ਤੋਂ ਲੈਸ ਹੁੰਦੀ ਹੈ, ਜਿਹੜੀ ਕਾਜ਼ ਕੀ ਕਰਦੀ ਹੈ ਕਿ ਪਲਾਂਟਸ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ, ਐਨੀਮਲਸ ਨੂੰ ਵੀ। ਇਸ ਤੋਂ ਬਿਨਾਂ ਆਪਣੀਆਂ ਜਿਹੜੀਆਂ ਬਿਲਡਿੰਗਸ ਨੇਗੀਆਂ ਉਹਨਾਂ ਦੇ ਲਈ ਵੀ ਕੀ ਆ ਉਹ ਖਤਰਨਾਕ ਹੈਗੀ, ਹਾਰਮਫੁਲ ਹੈਗੀ। ਹੁਣ ਆਪਾਂ ਪੜ੍ਹਨਾ ਹੈਗਾ ਮੋਰ ਅਬਾਊਟ ਸਾਲਟਸ ਬਾਰੇ, ਸਾਲਟਾਂ ਬਾਰੇ ਜਿਹੜੀ ਆਪਾਂ ਡਿਸਕਸ਼ਨ ਕਰਨੀ ਹੈ। ਜਿੰਨੇ ਵੀ ਆਪਾਂ ਸਾਲਟ ਜਿਹੜੇ ਯੂਜ਼ ਕਰਦੇ ਹੈਗੇ, ਮੋਸਟ ਕਾਮਨਲੀ ਜਿਹੜਾ ਆਪਾਂ ਕਾਮਨ ਸਾਲਟ ਜਿਹੜਾ ਯੂਜ਼ ਕਰਦੇ ਹਾਂ ਸੋਡੀਅਮ ਕਲੋਰਾਈਡ, ਜਿਹੜੇ ਘਰਾਂ ਦੇ ਵਿੱਚ ਆਪਾਂ ਖਾਣਾ ਵਗੈਰਾ ਜਿਹੜਾ ਉਹਦੇ ਵਿੱਚ ਯੂਜ਼ ਕਰਦੇ ਹਾਂ। ਉਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸਾਲਟ ਹੈ, ਜਿੰਨੀ ਆਪਾਂ ਟੈਬਲੇਟਸ ਯੂਜ਼ ਕਰਦੇ ਹਾਂ ਉਹ ਵੀ ਸਾਰੇ ਸਾਲਟ ਨੇ। ਇਹ ਸਾਲਟ ਬਣਦਾ ਕਿਵੇਂ ਹੈ, ਜਿਹੜਾ ਸਭ ਤੋਂ ਮੇਨ ਪਾਰਟ ਹੈ। ਸਾਲਟ ਨੂੰ ਬਣਾਉਣ ਦੇ ਲਈ ਐਸਿਡ ਅਤੇ ਬੇਸ ਨੂੰ ਇਕੁਅਲ ਅਮਾਊਂਟ ਦੇ ਵਿੱਚ ਕੀ ਕਰਨਾ ਪੈਂਦਾ ਹੈਗਾ, ਮਿਕਸ ਕਰਨਾ ਪੈਂਦਾ ਹੈ। ਬਟ ਉਹਨਾਂ ਦੀ ਜਿਹੜੀ ਪਾਵਰ ਹੈਗੀ ਉਹ ਇੱਕ ਬਿਲਕੁਲ ਸੇਮ ਹੋਣੀ ਚਾਹੀਦੀ, ਯਾਨੀ ਕਿ ਪੀਐਚ ਸੇਮ ਹੋਵੇ ਐਸਿਡ ਅਤੇ ਬੇਸ ਦੀ, ਓਨਾ ਕੀ ਸਟਰੋਂਗ ਸਾਡਾ ਐਸਿਡ ਹੋਵੇ ਅਤੇ ਓਨਾ ਕੀ ਸਟਰੋਂਗ ਸਾਡਾ ਜਿਹੜਾ ਬੇਸ ਹੋਵੇ। ਜੇ ਤੁਸੀਂ ਮਿਲਾ ਦਿੰਦੇ ਹੋ ਤਾਂ ਉੱਥੇ ਸਾਲਟ ਪ੍ਰੋਡਿਊਸ ਹੋ ਜਾਂਦਾ ਹੈਗਾ। ਜਿਹੜੇ ਸਾਲਟ ਹੈ ਇਹਨਾਂ ਦੀ ਪੀਐਚ ਤੁਹਾਨੂੰ ਪੁੱਛਿਆ ਜਾਵੇ ਕਿੰਨੀ ਹੁੰਦੀ ਹੈ, ਤਾਂ ਤੁਸੀਂ ਕੀ ਕਹਿੰਦੇ ਪੀਐਚ 7 ਹੋਊਗੀ, ਕਿਉਂਕਿ ਸਾਲਟ ਜਿੰਨੇ ਨੇ ਉਹ ਸਾਰੇ ਨਿਊਟਰਲ ਹੁੰਦੇ ਨੇ। ਆਪਾਂ ਸਾਲਟ ਬਾਰੇ ਪੜ੍ਹ ਰਹੇ ਸੀ, ਤਾਂ ਕਾਮਨ ਸਾਲਟ ਜਿਹੜਾ ਉਹ NaCl ਇੱਕ ਰਾ ਮਟੀਰੀਅਲ ਦੇ ਤੌਰ 'ਤੇ ਵਰਕ ਕਰਦਾ ਹੈਗਾ ਬਹੁਤ ਸਾਰੇ ਕੈਮੀਕਲਸ ਜਿਹੜੇ ਉਹਨਾਂ ਦੀ ਪ੍ਰੈਪਰੇਸ਼ਨ ਲਈ। ਤਾਂ ਕਾਮਨ ਸਾਲਟ ਸਾਡੇ ਵਾਸਤੇ ਇੱਕ ਇੰਪੋਰਟੈਂਟ ਰਾ ਮਟੀਰੀਅਲ ਹੈਗਾ। ਕਿਹੜੇ ਜਿਹੜੇ ਕੰਪਾਊਂਡ ਤਿਆਰ ਕਰਨ ਲਈ ਜਿਹੜੇ ਆਪਾਂ ਡੇਲੀ ਯੂਜ਼ ਕਰਦੇ ਹਾਂ, ਸੋਡੀਅਮ ਹਾਈਡਰੋਕਸਾਈਡ ਜਿਹੜਾ ਸੋਪ ਨੂੰ ਜਿਹੜਾ ਪ੍ਰੈਪਰੇਸ਼ਨ ਲਈ ਵਰਤਿਆ ਜਾਂਦਾ ਹੈਗਾ। ਬੇਕਿੰਗ ਸੋਡਾ ਜਿਹਨੂੰ ਅਸੀਂ ਮਿੱਠਾ ਸੋਡਾ ਕਹਿੰਦੇ ਹਾਂ, ਅਕਸਰ ਬੇਕਰੀ ਦੇ ਜਿਹੜਾ ਸਮਾਨ ਬਿਸਕਿਟ ਕੇਕ ਵਗੈਰਾ ਬਣਾਉਣ ਵਾਸਤੇ ਵਰਤਿਆ ਜਾਂਦਾ, ਉਹਦੇ ਲਈ ਵੀ ਰਾ ਮਟੀਰੀਅਲ ਦਾ ਕੰਮ ਕਰੂ। ਵਾਸ਼ਿੰਗ ਸੋਡਾ ਜਿਹੜਾ ਕਲੋਥ ਵਾਸ਼ ਕਰਨ ਲਈ ਯੂਜ਼ ਕਰਦੇ ਹਾਂ। ਇਸ ਤੋਂ ਬਾਅਦ ਆਉਂਦਾ ਜਿਹੜਾ ਬਲੀਚਿੰਗ ਪਾਊਡਰ, ਜਿਹੜਾ ਉਹਦੇ ਲਈ ਵੀ ਰਾ ਮਟੀਰੀਅਲ ਜਿਹੜਾ ਸਾਲਟ ਹੀ ਹੈਗਾ। ਬਲੀਚਿੰਗ ਪਾਊਡਰ ਜਿਹੜਾ ਕਿਸੇ ਚੀਜ਼ ਦਾ ਕਲਰ ਰਿਮੂਵ ਕਰਨ ਦੇ ਲਈ ਵਰਤਿਆ ਜਾਂਦਾ ਹੈਗਾ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਸੋਡੀਅਮ ਹਾਈਡਰੋਕਸਾਈਡ ਬਾਰੇ, ਜਿਹਦਾ ਕੈਮੀਕਲ ਫਾਰਮੂਲਾ ਹੈਗਾ NaOH। ਪੇਪਰ ਦੇ ਵਿੱਚ ਕੁਐਸਚਨ ਤੁਹਾਨੂੰ ਪੁੱਛੇ ਜਾਂਦੀਆਂ ਹੁੰਦੀਆਂ ਤਿੰਨ ਮੇਨ ਸਭ ਤੋਂ ਜਿਹੜੇ ਬਣਦੇ ਹੈਗੇ। ਫਸਟ ਕੁਐਸਚਨ ਬਣਦਾ ਤੁਹਾਡਾ ਵੀ ਜਿਹੜਾ ਸੋਡੀਅਮ ਹਾਈਡਰੋਕਸਾਈਡ ਦਾ ਜਿਹੜਾ ਕੈਮੀਕਲ ਫਾਰਮੂਲਾ ਰਾਈਟ ਕਰਨਾ ਹੈ। ਸੈਕਿੰਡ 'ਤੇ ਜਾਂ ਤੁਹਾਨੂੰ ਲਿਖਿਆ ਪਿਆ ਹੁੰਦਾ ਉੱਥੇ ਵੀ ਕਾਮਨ ਨੇਮ ਲਿਖੋ NaOH ਦਾ, ਜਾਂ ਤੁਸੀਂ ਸੋਡੀਅਮ ਹਾਈਡਰੋਕਸਾਈਡ ਦਾ ਪੁੱਛ ਸਕਦੇ ਹੋ ਇਹਦਾ ਕਾਮਨ ਨੇਮ ਕੀ ਹੁੰਦਾ ਹੈਗਾ। ਜਿਹੜਾ ਮੇਨ ਦੇਖਿਆ ਜਾਵੇ ਕਾਸਟਿਕ ਸੋਡਾ, ਇਹ ਧਿਆਨ 'ਚ ਰੱਖਣਾ। ਇਹ ਜਿਹੜਾ ਸੋਡੀਅਮ ਹਾਈਡਰੋਕਸਾਈਡ ਲਿਖਿਆ ਹੋਇਆ ਇਹ ਤਾਂ ਕੈਮੀਕਲ ਨੇਮ ਆ ਗਿਆ। ਜਿਹੜਾ ਇਹਨੂੰ ਕਹਿੰਦੇ ਅਸੀਂ ਕਾਸਟਿਕ ਸੋਡਾ, ਹੁਣ ਅਸੀਂ ਕੀ ਕਹਿੰਦੇ ਹੈਗੇ ਇਹਦਾ ਜਿਹੜਾ ਕਾਮਨ ਨੇਮ ਜਿਹੜਾ ਆਮ ਵਰਤਿਆ ਜਾਂਦਾ ਹੈ, ਅਤੇ ਇਹਦਾ ਕੈਮੀਕਲ ਫਾਰਮੂਲਾ ਕੀ ਹੈ NaOH। ਹੁਣ ਇਹਦੀ ਗੱਲ ਕਰੀਏ ਆਪਾਂ ਪ੍ਰੈਪਰੇਸ਼ਨ ਦੀ, ਇਹਨੂੰ ਤਿਆਰ ਕਿਵੇਂ ਕੀਤਾ ਜਾਂਦਾ ਹੈ। ਜਿਹੜਾ ਸੋਲਿਊਸ਼ਨ ਹੈਗਾ NaCl ਦਾ, ਇਹਦੇ ਨਾਲ AQ ਪਾਇਆ ਹੋਇਆ, ਇਹਦਾ ਮਤਲਬ ਹੁੰਦਾ ਐਕੁਅਸ ਫਾਰਮ। ਐਕੁਅਸ ਦਾ ਮਤਲਬ ਜਿਹੜਾ ਐਕੁਆ ਮੀਨਸ ਵਾਟਰ ਹੁੰਦਾ ਹੈਗਾ, ਯਾਨੀ ਕਿ ਪਾਣੀ ਦੇ ਵਿੱਚ ਘੋਲਿਆ ਹੋਇਆ ਜਿਹੜਾ NaCl ਉਹਨੂੰ ਐਕੁਅਸ ਬੋਲਿਆ ਜਾਂਦਾ ਹੈਗਾ। ਜਦੋਂ ਅਸੀਂ ਇਹਦੇ ਵਿੱਚੋਂ ਦੀ ਕਰੰਟ ਪਾਸ ਕਰ ਦਿੰਦੇ ਹਾਂ, ਇਕੱਲਾ ਮਿਲਾਉਣ ਨਾਲ ਨਹੀਂ ਪਾਣੀ ਵਿੱਚ ਜਿਹੜਾ ਸਾਲਟ ਇੱਕ ਸੋਡੀਅਮ ਹਾਈਡਰੋਕਸਾਈਡ ਬਣਨਾ, ਸਾਨੂੰ ਕੀ ਕਰਨਾ ਪੈਣਾ ਉੱਥੇ
ਜਿਹੜਾ NaCl ਪਾਣੀ ਦੇ ਵਿੱਚ ਅਸੀਂ ਡਿਜ਼ੋਲਵ ਕੀਤਾ ਉਹ 'ਚ ਨਾਲ ਸਾਨੂੰ ਕੀ ਪਾਉਣਾ ਪੈਣਾ ਉੱਥੇ ਵਾਟਰ ਤੋਂ ਬਿਨਾਂ ਕਰੰਟ ਵੀ ਪਾਸ ਕਰਨਾ ਪੈਣਾ। ਇਲੈਕਟ੍ਰੋਡ ਜਿਹੜੀਆਂ ਅਸੀਂ ਇਨਸਰਟ ਕੀਤੀਆਂ ਹੋਈਆਂ ਪਾਣੀ ਦੇ ਵਿੱਚ, ਜਿਹੜਾ ਸੋਲਿਊਸ਼ਨ ਹੈਗਾ ਇਹਨੂੰ ਵਰਾਈਨ ਸੋਲਿਊਸ਼ਨ ਬੋਲਿਆ ਜਾਂਦਾ ਜਦੋਂ ਅਸੀਂ ਪਾਣੀ 'ਚ ਇੱਕ ਨਾਮ ਖੋਲ ਦਿੰਦੇ ਹਾਂ। ਅਤੇ ਜਿਹੜੇ ਵਰਾਈਨ ਸੋਲਿਊਸ਼ਨ ਤਿਆਰ ਹੋਊਗਾ, ਜਦੋਂ ਹੀ ਉਹਦੇ ਵਿੱਚੋਂ ਦੀ ਕਰੰਟ ਪਾਸ ਕਰਾਂਗੇ ਤਾਂ ਸਾਡੇ ਕੋਲ ਸੋਡੀਅਮ ਹਾਈਡਰੋਕਸਾਈਡ ਦਾ ਜਿਹੜਾ ਉਹ ਬਣ ਨਹੀਂ ਬਣਨਾ, ਅਤੇ ਨਾਲ ਸਾਡੇ ਕੋਲ ਉੱਥੇ ਦੋ ਗੈਸਾਂ ਰਿਲੀਜ਼ ਹੁੰਦੀਆਂ, ਇੱਕ ਤਾਂ H2 ਅਤੇ ਦੂਸਰੀ Cl2। ਇਹਨੂੰ ਕਲੋਰੀਨ ਗੈਸ ਕਹਿੰਦੇ ਨੇ ਅਤੇ ਇਹਨੂੰ ਕੀ ਕਹਿੰਦੇ ਅਸੀਂ ਹਾਈਡਰੋਜਨ ਗੈਸ। ਇਹਦੀ ਆਪਾਂ ਯੂਜ਼ ਕਰ ਲੈਂਦੇ ਜ਼ਿਆਦਾਤਰ ਦੇਖਿਆ ਜਾਵੇ, ਜਿਵੇਂ ਅਸੀਂ ਅਮੋਨੀਆ ਜਿਹੜੀ ਯੂਰੀਆ ਦੇ ਲਈ ਜਿਹੜਾ ਫਰਟੀਲਾਈਜ਼ਰ ਬਣਾਉਣ ਵਾਸਤੇ ਵਰਤੀ ਜਾਂਦੀ ਹੈ, ਉਹਨੂੰ ਪ੍ਰੈਪਰੇਸ਼ਨ ਲਈ ਕਰ ਸਕਦੇ ਹਾਂ। ਜਿਵੇਂ ਕਲੋਰੀਨ ਹੈ, ਇਹ ਜਿਹੜੇ ਆਪਣੇ ਵਾਟਰ ਜਿਹੜਾ ਉਹਦੇ ਟਰੀਟਮੈਂਟ ਲਈ, ਜਾਂ CFC ਕਲੋਰੋਫਲੋਰੋਕਾਰਬਨ ਵਗੈਰਾ ਪ੍ਰੋਡਿਊਸ ਕਰਨ ਲਈ, ਜਿਹੜੇ ਸਵਿਮਿੰਗ ਪੂਲ ਹੁੰਦੇ ਉਹਨਾਂ ਵਿੱਚ ਜਿਹੜਾ ਉਹ ਜਰਮ ਫਰੀ ਜਾਂ ਬੈਕਟੀਰੀਅਲ ਐਕਸ਼ਨ ਤੋਂ ਪ੍ਰੀਵੈਂਟ ਕਰਨ ਲਈ ਆਪਾਂ Cl2 ਦਾ ਯੂਜ਼ ਕਰਦੇ ਹਾਂ। ਅਤੇ ਇਸ ਟੈਂਕ ਦੇ ਵਿੱਚ ਜਿਹੜਾ ਰਿਮੇਨਿੰਗ ਪੋਰਸ਼ਨ ਰਹਿਣਾ ਹੈਗਾ ਉਹ ਸਾਰਾ ਕੀ ਹੋਊਗਾ ਸੋਡੀਅਮ ਹਾਈਡਰੋਕਸਾਈਡ। ਇਹ ਬਣਿਆ ਕਿਵੇਂ ਇਸ ਤਰ੍ਹਾਂ, ਜਿਹੜਾ NaCl ਪਾਵਾਂਗੇ ਉਹ ਬ੍ਰੇਕ ਹੋ ਜਾਣਾ Na ਪੋਜ਼ੀਟਿਵ ਅਤੇ Cl ਨੈਗੇਟਿਵ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਵਾਟਰ ਹੈ ਉਹ H ਪੋਜ਼ੀਟਿਵ ਅਤੇ OH ਨੈਗੇਟਿਵ ਦੇ ਵਿੱਚ ਜਿਹੜਾ ਡਿਵਾਈਡ ਹੋ ਜਾਣਾ ਹੈਗਾ। ਹੁਣ ਜਿਹੜੇ ਆਪੋਜ਼ਿਟਲੀ ਚਾਰਜਡ ਪੋਰਸ਼ਨ ਆ ਸਾਡੇ ਕੋਲ Na ਪੋਜ਼ੀਟਿਵ ਹੈ, OH ਨੈਗੇਟਿਵ ਹੈ, ਆਪੋਜ਼ਿਟ ਚਾਰਜਾਂ 'ਚ ਖਿੱਚ ਹੋਣ ਕਾਰਨ ਇੱਥੇ ਕਨਵਰਟ ਹੋ ਜਾਣਗੇ NaOH ਦੇ ਵਿੱਚ। ਜੋ ਵੀ ਆਪਾਂ ਉੱਪਰ ਜਿਹੜਾ ਪ੍ਰੋਸੈਸ ਸਟੱਡੀ ਕੀਤਾ ਉਹਦੇ ਰਾਹੀਂ ਤਿਆਰ ਕਰਾਂਗੇ ਪ੍ਰੋਡਕਟ, ਇਹਨੂੰ ਬੋਲਿਆ ਜਾਂਦਾ ਕਲੋਰ ਅਲਕਲੀ ਪ੍ਰੋਸੈਸ। ਤੁਹਾਨੂੰ ਕੁਐਸਚਨ ਬਣਦਾ ਵਟ ਇਜ਼ ਕਲੋਰ ਅਲਕਲੀ ਪ੍ਰੋਸੈਸ, ਤੁਸੀਂ ਉੱਥੇ ਇਹੀ ਦੱਸਣਾ ਵੀ ਕਲੋਰ ਅਲਕਲੀ ਪ੍ਰੋਸੈਸ ਇਜ਼ ਦੈਟ ਪ੍ਰੋਸੈਸ ਇਨ ਵਿਚ ਸੋਡੀਅਮ ਹਾਈਡਰੋਕਸਾਈਡ ਇਜ਼ ਪ੍ਰਪੇਅਰਡ ਫਰੋਮ ਸੋਡੀਅਮ ਕਲੋਰਾਈਡ ਵਿਦ ਮਿਕਸਿੰਗ ਇਨ ਵਾਟਰ। ਨੈਕਸਟ ਪਾਰਟ ਆਉਂਦਾ ਬਲੀਚਿੰਗ ਪਾਊਡਰ ਦਾ। ਬਲੀਚਿੰਗ ਪਾਊਡਰ ਇਹਨੂੰ ਆਪਾਂ ਆਮ ਰੰਗ ਕਾਟ ਕਹਿੰਦੇ ਹਾਂ, ਬਲੀਚ ਕਰਨ ਲਈ ਜਿਹੜਾ ਯੂਜ਼ ਕੀਤਾ ਜਾਂਦਾ, ਯਾਨੀ ਕਿਸੇ ਚੀਜ਼ ਦਾ ਕਲਰ ਜਿਹੜਾ ਉਹਨੂੰ ਰਿਮੂਵ ਕਰਨ ਵਾਸਤੇ। ਜਿਹੜਾ ਬਲੀਚਿੰਗ ਪਾਊਡਰ ਹੈ ਇਹਨੂੰ ਮੋਸਟਲੀ ਅਸੀਂ ਜਿਹੜਾ ਤਿਆਰ ਕਰਦੇ ਹਾਂ ਉਹ ਸਲੇਕਰ ਲਾਈਮ ਤੋਂ ਕਰਦੇ ਹੈਗੇ, ਯਾਨੀ ਕਿ ਕੈਲਸ਼ੀਅਮ ਹਾਈਡਰੋਕਸਾਈਡ ਤੋਂ। ਹੁਣ ਇੱਥੇ ਆਪਾਂ ਮੇਨ ਜਿਹੜੇ ਕੁਐਸਚਨ ਗਏ ਸੀ ਉਹਨਾਂ ਦੀ ਗੱਲ ਕਰੀਏ। ਜਿਹੜਾ ਬਲੀਚਿੰਗ ਪਾਊਡਰ ਹੈ ਇਹਦਾ ਮੇਨ ਜੇ ਦੇਖਿਆ ਜਾਵੇ ਜਿਹੜਾ ਕੈਮੀਕਲ ਜਿਹੜਾ ਫਾਰਮੂਲਾ ਹੈ ਉਹ CaOCl2 ਹੈ। ਕੈਮੀਕਲ ਨੇਮ ਇਹਦਾ ਜਿਹੜਾ ਬੋਲਿਆ ਜਾਣਾ ਕੈਲਸ਼ੀਅਮ ਆਕਸੀਜਨ ਕਲੋਰਾਈਡ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹਦੇ ਕਾਮਨ ਨੇਮ ਦੀ, ਜਦੋਂ ਫਾਰਮੂਲਾ ਦਿੱਤਾ ਹੋਇਆ ਇਹਦਾ ਪੁੱਛਿਆ ਜਾਂਦਾ ਕਾਮਨ ਨੇਮ ਅਤੇ ਕੈਮੀਕਲ ਨੇਮ ਜਿਹੜਾ ਉਹ ਰਾਈਟ ਕਰੋ, ਤਾਂ ਤੁਸੀਂ ਜਿਹੜਾ ਕਾਮਨ ਨੇਮ ਤਾਂ ਬੋਲਣਾ ਬਲੀਚਿੰਗ ਪਾਊਡਰ, ਅਤੇ ਜਿਹੜਾ ਆਪਾਂ ਬੋਲਣਾ ਜਿਹੜਾ ਕੈਮੀਕਲ ਨੇਮ ਉਹ ਹੈ ਕੈਲਸ਼ੀਅਮ ਆਕਸੀ ਕਲੋਰਾਈਡ। ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਜਿਹੜਾ ਯੂਜ਼ ਦੀ, ਵੀ ਵਰਤੋਂ ਕਿੱਥੇ ਹੁੰਦੀ ਹੈ ਇਹਦੀ। ਇਹ ਤੁਹਾਨੂੰ ਇੱਥੇ ਮੈਂ ਮੈਂਸ਼ਨ ਕਰਤੇ, ਕਾਮਨ ਨੇਮ ਬਲੀਚਿੰਗ ਪਾਊਡਰ ਕਿਹਾ ਜਾਂਦਾ ਇਹਨੂੰ, ਕੈਮੀਕਲ ਫਾਰਮੂਲਾ ਜਿਹੜਾ ਕੈਲਸ਼ੀਅਮ ਜਿਹੜਾ CaOCl2, ਅਤੇ ਜਿਹੜਾ ਕੈਮੀਕਲ ਨੇਮ ਹੈ ਕੈਲਸ਼ੀਅਮ ਆਕਸੀਜਨ ਕਲੋਰਾਈਡ। ਇਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ ਯੂਜ਼ ਦੀ, ਕੰਮ ਕਿੱਥੇ ਆਉਂਦਾ ਹੈ। ਫਸਟ ਤੋਂ ਪਹਿਲਾਂ ਬਲੀਚ ਕਰਨ ਵਾਸਤੇ ਜਿਹੜਾ ਕਾਟਨ ਅਤੇ ਜਿਹੜਾ ਲੇਲਨ, ਜਿਹੜਾ ਆਪਣੇ ਕੱਪੜੇ ਦੀਆਂ ਮਿੱਲਾਂ ਹੁੰਦੀਆਂ ਨੇ, ਟੈਕਸਟਾਈਲ ਇੰਡਸਟਰੀ, ਉਹਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਬਲੀਚਿੰਗ ਲਈ, ਕੱਪੜੇ ਦਾ ਜਿਹੜਾ ਰੰਗ ਹੈ ਉਹਨੂੰ ਹਟਾਉਣ ਲਈ। ਨੈਕਸਟ ਹੈਗੇ ਆਕਸੀਡਾਈਜ਼ਿੰਗ ਏਜੰਟ ਦੇ ਤੌਰ 'ਤੇ ਵੀ ਕੰਮ ਕਰਦਾ ਹੈ। ਆਕਸੀਡਾਈਜ਼ਿੰਗ ਏਜੰਟ ਕਿਹੜਾ ਹੁੰਦਾ, ਜਿਹੜਾ ਆਕਸੀਜਨ ਪੈਦਾ ਕਰਦਾ ਹੈ। ਅਤੇ ਨਾਲ ਹੀ ਇਹਨੂੰ ਆਪਾਂ ਯੂਜ਼ ਕਰਦੇ ਹਾਂ ਜਿਹੜਾ ਟੂ ਮੇਕ ਡਰਿੰਕਿੰਗ ਵਾਟਰ ਫਰੀ ਫਰੋਮ ਜਰਮਸ, ਜਿਹੜੇ ਯਾਨੀ ਕਿ ਉਹਦੇ ਵਿੱਚ ਕੀਟਾਣੂ ਹੈ, ਕੀਟਨਾਸ਼ਕ ਨੇ, ਕੁਛ ਵੀ ਕੀਟਨਾਸ਼ਕ ਨਹੀਂ ਕਹਿ ਸਕਦੇ, ਜਿਹੜੇ ਕੀਟਾਣੂ ਯਾਨੀ ਕਿ ਬੈਕਟੀਰੀਆ, ਜਰਮਸ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਖ਼ਤਮ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਬਲੀਚਿੰਗ ਪਾਊਡਰ ਦਾ। ਅਗਲਾ ਪਾਰਟ ਆਉਂਦਾ ਹੈਗਾ ਇੱਥੇ ਜਿਹੜਾ ਇਹ ਸਾਲਟ ਹੈ ਜਿਹੜੇ ਆਪਾਂ ਸਾਰੇ ਪੜ੍ਹ ਰਹੇ ਹੈਗੇ, ਜਿਹੜੇ ਇੰਪੋਰਟੈਂਟ ਕਹਿ ਸਕਦੇ ਹਾਂ। ਪੇਪਰ ਦੇ ਵਿੱਚ ਇਹਨਾਂ ਸਾਲਟਾਂ ਦੇ ਬਾਰੇ ਜਿਹੜੇ ਤਿੰਨ ਤਾਂ ਮੇਨ ਕੁਐਸਚਨ ਇਹੀ ਆਉਂਦੇ ਹੁੰਦੇ ਵੀ ਕੈਮੀਕਲ ਫਾਰਮੂਲਾ ਆਪਾਂ ਰਾਈਟ ਕਰਨਾ ਹੈ, ਕਾਮਨ ਨੇਮ ਰਾਈਟ ਕਰਨਾ ਹੈ, ਜਾਂ ਕੈਮੀਕਲ ਨੇਮ ਰਾਈਟ ਕਰਨਾ ਹੈ, ਜਾਂ ਇਸ ਤੋਂ ਬਾਅਦ ਤੁਹਾਨੂੰ ਕੀ ਆਉਂਦੇ ਹੁੰਦੇ ਇਹਦੇ ਯੂਜ਼। ਤਾਂ ਇਸ ਲਈ ਤੁਸੀਂ ਤਿੰਨ ਪਾਰਟ ਇਹ ਹੋ ਗਏ, ਅਤੇ ਫੋਰਥ ਪਾਰਟ ਕਿਹੜਾ ਹੋ ਗਿਆ ਤਾਂ ਯੂਜ਼। ਇਹ ਤੁਸੀਂ ਬਹੁਤ ਧਿਆਨ ਨਾਲ ਜਿਹੜੇ ਉਹ ਸਟੱਡੀ ਕਰਨੇ ਪੇਪਰ ਦੇ ਲਈ। ਫਸਟ ਜਿਹੜਾ ਬੇਕਿੰਗ ਸੋਡਾ, ਇਹਦੇ ਲਈ ਜਿਹੜਾ ਆਪਾਂ ਮੇਨ ਇਹਦੀ ਪ੍ਰੈਪਰੇਸ਼ਨ ਜਿਹੜੀ ਉਹ ਤਿਆਰ ਤਾਂ ਕਿਤੋਂ ਕਰਨਾ, ਇਹਨੂੰ ਸਾਲਟ ਤੋਂ ਹੀ ਕਰਨਾ, ਸੋਡੀਅਮ ਕਲੋਰਾਈਡ ਤੋਂ, ਜਿਹੜਾ ਸਾਨੂੰ ਵਾਟਰ ਦੇ ਵਿੱਚ, ਜਿਹੜਾ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਅਮਾਊਂਟ ਵਿੱਚ ਮਿਲਦਾ ਹੈਗਾ। ਇਹਨੂੰ ਮਿਕਸ ਕਰਦੇ ਹਾਂ ਅਸੀਂ ਵਾਟਰ ਦੇ ਵਿੱਚ, ਅਤੇ ਨਾਲ ਉੱਥੇ ਦੋ ਗੈਸਾਂ ਜਿਹੜੀਆਂ ਪਾਸ ਕੀਤੀਆਂ ਜਾਂਦੀਆਂ, CO2 ਕਾਰਬਨ ਡਾਈਆਕਸਾਈਡ ਗੈਸ ਅਤੇ ਅਮੋਨੀਆ ਗੈਸ। ਇਹ ਗੈਸਾਂ ਪਾਸ ਕਰਨ ਦੇ ਨਾਲ ਇਹ ਕਨਵਰਟ ਕਾਹਦੇ ਵਿੱਚ ਹੋ ਜਾਣਾ ਹੈਗਾ, ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਵਿੱਚ।
ਜਿਹਨੂੰ ਅਸੀਂ ਜਿਹੜਾ ਨਾਲ ਇਹਦਾ ਪਲੱਸ ਜਿਹੜਾ ਬਣਨਾ ਹੈਗਾ ਅਮੋਨੀਅਮ ਕਲੋਰਾਈਡ, ਇਹ ਸਾਡੇ ਵਾਸਤੇ ਜਿਹੜਾ ਯੂਜ਼ਲੈਸ ਪਾਰਟ ਹੁੰਦਾ, ਮੇਨ ਯੂਜ਼ਫੁਲ ਪਾਰਟ ਇਹੀ ਹੁੰਦਾ ਜਿਹੜਾ ਅਸੀਂ ਬਣਾਉਣਾ ਚਾਹੁੰਦੇ ਹਾਂ। ਅਤੇ ਨਾਲ ਹੀ ਜਦੋਂ ਇਹਨੂੰ ਗਰਮ ਕੀਤਾ ਜਾਂਦਾ ਹੈ, ਜਦੋਂ ਉਹਨੂੰ ਪੁੱਛਿਆ ਵਾਟ ਇਜ਼ ਦਾ ਹੀਟਿੰਗ ਇਫੈਕਟ ਔਨ ਸੋਡੀਅਮ ਹਾਈਡਰੋਜਨ ਕਾਰਬੋਨੇਟ, ਤਾਂ ਤੁਸੀਂ ਕਹਿੰਦੇ ਇਹਨੂੰ ਹੀਟ ਕਰਨ ਦੇ ਨਾਲ ਇਹ ਸੋਡੀਅਮ ਕਾਰਬੋਨੇਟ ਦੇ ਵਿੱਚ ਕਨਵਰਟ ਹੋ ਜਾਂਦਾ, ਜਿਹੜੀ ਇੱਥੇ ਆਹ ਵਾਲੀ H ਵਾਲਾ ਪਾਰਟ ਹੈ ਅਤੇ ਇੱਥੇ ਰਿਮੂਵ ਹੋ ਜਾਣਾ ਅਤੇ ਜੋ CO2 ਗੈਸ ਜਿਹੜੀ ਉਹ ਰਿਲੀਜ਼ ਹੋ ਜਾਣੀ ਹੈ। ਇਹ CO2 ਗੈਸ ਦਾ ਸਾਨੂੰ ਫਾਇਦਾ ਵੀ ਹੈ। ਕੀ ਫਾਇਦਾ? ਜਿਹੜਾ ਬੇਕਰੀ ਦੇ ਵਰਕ ਦੇ ਵਿੱਚ ਯੂਜ਼ ਕੀਤਾ ਜਾਂਦਾ, ਯਾਨੀ ਕਿ ਬਰੈਡ ਅਤੇ ਕੇਕ ਬਣਾਉਣ ਲਈ ਨਰਮ ਕੀਤਾ ਜਾਂਦਾ ਉਹਨੂੰ, ਤਾਂ ਉੱਥੇ ਮਿਕਸ ਕਰਿਆ ਜਾਂਦਾ ਸੋਡੀਅਮ ਹਾਈਡਰੋਜਨ ਜਿਹੜਾ ਕਾਰਬੋਨੇਟ, ਮਿਕਸ ਕਰਕੇ ਉਹ ਜਿਹੜਾ ਕੀ ਕਰਦੇ ਆ ਉਹਨੂੰ ਪਕਾਉਂਦੇ ਜਦੋਂ ਇੱਕ ਕੇਕ ਬਣਾਉਣ ਲਈ ਜਾਂ ਇੱਕ ਡਬਲ ਰੋਟੀ ਬਣਾਉਣ ਲਈ ਜਾਂ ਇੱਕ ਬਰੈਡ ਬਣਾਉਣ ਲਈ, ਤਾਂ ਉੱਥੇ ਇਹਨੇ CO2 ਗੈਸ ਜਿਹੜੇ ਇਨਸਾਈਡ ਪ੍ਰੋਡਿਊਸ ਕਰਨੀ ਹੈ। CO2 ਪ੍ਰੋਡਿਊਸ ਕਰੂ ਤਾਂ ਉਹ ਸਵੈਲ ਹੋ ਜੂ, ਜਿਹੜਾ ਪੋਰਸ਼ਨ ਆਪਾਂ ਤਿਆਰ ਕਰਨਾ ਸਵੈਲ ਹੋ ਕੇ ਉਹ ਥੋੜ੍ਹਾ ਸੌਫਟ ਜਿਹੜਾ ਮਿਲਦਾ, ਸਪੰਜੀ ਜਿਹੜਾ ਟਾਈਪ ਬਣ ਜਾਂਦਾ। ਮੇਨ ਆਪਣਾ ਆਉਣੇ ਦੇ ਮੇਨ ਕੈਮੀਕਲ ਫਾਰਮੂਲਾ ਉਹ NaHCO3 ਹੋ ਗਿਆ। ਕਾਮਨ ਨੇਮ ਬੇਕਿੰਗ ਸੋਡਾ ਜਿਹੜਾ ਬੋਲਣਾ ਤੁਸੀਂ, ਜਾਂ ਤੁਹਾਨੂੰ ਪੁੱਛਿਆ ਜਾਵੇ ਬੇਕਿੰਗ ਸੋਡਾ ਜਿਹੜਾ ਕਿਸ ਕੈਮੀਕਲ ਦਾ ਜਿਹੜਾ ਕਾਮਨ ਨੇਮ ਹੈ, ਤਾਂ ਤੁਸੀਂ ਕਹਿਣਾ ਹੈਗਾ ਸੋਡੀਅਮ ਹਾਈਡਰੋਜਨ ਕਾਰਬੋਨੇਟ ਦਾ ਕੈਮੀਕਲ ਨੇਮ ਸੋਡੀਅਮ ਹਾਈਡਰੋਜਨ ਕਾਰਬੋਨੇਟ। ਨੈਕਸਟ ਆਪਾਂ ਸਟੱਡੀ ਕਰਦੇ ਹਾਂ ਇਹਦੇ ਯੂਜ਼ ਬਾਰੇ, ਸਾਡੇ ਕੰਮ ਕਿੱਥੇ ਆਉਂਦਾ ਹੈਗਾ। ਇਸ ਤੋਂ ਬਾਅਦ ਹੈ ਯੂਜ਼ ਆਫ ਬੇਕਿੰਗ ਸੋਡਾ। ਜਿਹੜਾ ਬੇਕਿੰਗ ਸੋਡਾ ਹੈਗਾ ਮੇਨ ਇਹਨੂੰ ਆਪਾਂ ਯੂਜ਼ ਕਰਦੇ ਹਾਂ ਵੀ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰਦਾ ਹੈ। ਇਹ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਮੈਂ ਵੀ ਬਰੈਡ ਜਿਹੜਾ ਜਾਂ ਆਪਣਾ ਕੇਕ ਹੈ ਉਹਨੂੰ ਥੋੜ੍ਹਾ ਸੌਫਟ ਅਤੇ ਸਪੰਜੀ ਟਾਈਪ ਬਣਾਉਣ ਵਾਸਤੇ ਵਰਤਿਆ ਜਾਂਦਾ। ਮੇਨ ਇਹ ਤੋਂ CO2 ਜਿਹੜੀ ਜ਼ਿਆਦਾ ਰਿਲੀਜ਼ ਹੋਵੇ ਉਹਦੇ ਲਈ ਥੋੜ੍ਹਾ ਜਿਹੜਾ ਐਡੀਬਲ ਐਸਿਡ ਮਿਕਸ ਕਰਕੇ ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਵਿੱਚ ਮਿਲਾ ਕੇ ਜਿਹੜਾ ਉਹ ਪਾਇਆ ਜਾਂਦਾ ਹੈਗਾ ਕੇਕ ਬਣਾਉਣ ਲਈ ਅਤੇ ਬਰੈਡ ਬਣਾਉਣ ਲਈ, ਅਤੇ ਉੱਥੋਂ CO2 ਅਤੇ ਜਿਹੜਾ ਵਾਟਰ ਹੈ ਅਤੇ ਨਾਲ ਹੀ ਸਾਲਟ ਜਿਹੜਾ ਉਹ ਪ੍ਰੋਡਿਊਸ ਹੁੰਦਾ ਹੈਗਾ। ਅਗਲਾ ਪਾਰਟ ਜਿਹੜਾ ਸੈਕਿੰਡ ਸੋਡੀਅਮ ਹਾਈਡਰੋਜਨ ਕਾਰਬੋਨੇਟ ਜਿਹੜਾ ਇਹਨੂੰ ਐਂਟਾਸਿਡ ਦੇ ਤੌਰ 'ਤੇ ਵੀ ਯੂਜ਼ ਕੀਤਾ ਜਾਂਦਾ ਹੈਗਾ। ਜਿਵੇਂ ਆਪਾਂ ਲਾਸਟ ਸਟੱਡੀ ਕੀਤਾ ਸੀ ਵੀ ਇੱਕ ਜਿਹੜੀ ਹਣੀ ਵੀ ਜਦੋਂ ਆਪਾਂ ਨੂੰ ਇੱਕ ਸਟਿੰਗ ਕੱਟ ਲਾਉਂਦੀ ਹੈਗੀ ਜਾਂ ਡੰਗ ਮਾਰਦੀ ਹੈ, ਤਾਂ ਉੱਥੇ ਉਹਦਾ ਜਿਹੜਾ ਮੀਥੇਨੋਇਕ ਐਸਿਡ ਹੈ ਜਿਹੜਾ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ ਵੀ ਆਪਾਂ ਕੀ ਯੂਜ਼ ਕਰਦੇ ਹਾਂ ਬੇਕਿੰਗ ਸੋਡਾ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਸੋਡੀਅਮ ਹਾਈਡਰੋਜਨ ਕਾਰਬੋਨੇਟ ਇੱਕ ਬਹੁਤ ਵਧੀਆ ਐਂਟਾਸਿਡ ਦੇ ਤੌਰ 'ਤੇ ਵੀ ਐਕਟ ਕਰਦਾ ਹੈਗਾ। ਲਾਸਟ ਜਿਹੜਾ ਇੰਪੋਰਟੈਂਟ ਯੂਜ਼ ਹੈ ਇਹਦਾ ਸੋਡਾ ਐਸਿਡ ਜਿਹੜਾ ਵਰਤਿਆ ਜਾਂਦਾ ਫਾਇਰ ਐਕਸਟਿੰਗੁਇਸ਼ਰਸ ਦੇ ਵਿੱਚ। ਫਾਇਰ ਐਕਸਟਿੰਗੁਇਸ਼ਰ ਕਿਹੜੇ ਹੁੰਦੇ? ਜਿਹੜੇ ਅੱਗ ਬੁਝਾਊ ਯੰਤਰ, ਜਿੰਨੇ ਅੱਗ ਬੁਝਾਉਣ ਵਾਲੇ ਯੰਤਰ ਹੈ ਉਹਨਾਂ ਦੇ ਵਿੱਚ ਜਿਹੜਾ ਮਿਕਸਚਰ ਜਿਹੜਾ ਸੋਡੀਅਮ ਹਾਈਡਰੋਜਨ ਕਾਰਬੋਨੇਟ ਦਾ ਵਾਟਰ ਦੇ ਨਾਲ ਉਹ ਐਡ ਕੀਤਾ ਜਾਂਦਾ ਅਤੇ ਨਾਲ ਹੀ ਇੱਕ ਉਹਦੇ ਵਿੱਚ ਜਿਹੜਾ ਪੋਰਸ਼ਨ ਦੇ ਵਿੱਚ ਕੀ ਪਾਇਆ ਜਾਂਦਾ ਐਸਿਡ। ਜਦੋਂ ਹੀ ਆਪਾਂ ਉਹਦਾ ਬਟਨ ਪ੍ਰੈਸ ਕਰਦੇ ਹਾਂ ਤਾਂ ਉਹ ਐਸਿਡ ਸਿੱਧਾ ਜਾ ਕੇ ਮਿਕਸ ਹੁੰਦਾ ਹੈ ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਵਿੱਚ, ਅਤੇ ਨਾਲ ਦੀ ਨਾਲ ਕੀ ਰਿਲੀਜ਼ ਕਰ ਦਿੰਦਾ CO2 ਗੈਸ। ਉਹ CO2 ਗੈਸ ਜਿਹੜੀ ਉਹ ਹੈਲਪ ਕਰਦੀ ਹੈਗੀ ਜਿਹੜੀ ਫਾਇਰ ਹੈ ਉਹਨੂੰ ਕੰਟਰੋਲ ਕਰਨ ਦੇ ਵਿੱਚ। ਨੈਕਸਟ ਆਪਾਂ ਸਟੱਡੀ ਕਰ ਰਹੇ ਹਾਂ ਹੁਣ ਵਾਸ਼ਿੰਗ ਸੋਡਾ ਬਾਰੇ। ਜਿਹੜਾ ਵਾਸ਼ਿੰਗ ਸੋਡਾ ਹੈਗਾ ਉਹਦੀ ਪ੍ਰੈਪਰੇਸ਼ਨ ਦੇ ਲਈ ਹੁਣ ਜਿਹੜਾ ਵਾਸ਼ਿੰਗ ਸੋਡਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸੋਡੀਅਮ ਕਾਰਬੋਨੇਟ, ਜਿਹੜਾ ਆਪਾਂ ਜਦੋਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਜਿਹੜਾ ਹੀਟ ਕਰਦੇ ਹਾਂ ਤਾਂ ਸੋਡੀਅਮ ਕਾਰਬੋਨੇਟ ਵਾਲਾ ਜਿਹੜਾ ਤਿਆਰ ਹੋ ਜਾਂਦਾ ਹੈਗਾ, ਜਿਹਨੂੰ ਆਪਾਂ ਡਰਾਈ ਜਿਹੜਾ ਇਹ ਸੋਡਾ ਐਸ਼ ਕਿਹਾ ਜਾਂਦਾ ਇਹਨੂੰ। ਜਦੋਂ ਜਿਹੜਾ ਬੇਕਿੰਗ ਸੋਡਾ ਗਰਮ ਕਰੋਗੇ ਤਾਂ ਸੋਡਾ ਐਸ਼ ਬਣਨੀ ਹੈ ਇਹ ਵਾਲੀ, ਇਹ ਧਿਆਨ ਰੱਖਣਾ। ਸੋਡਾ ਐਸ਼ ਦਾ ਫਾਰਮੂਲਾ ਹੀ ਪੁੱਛਿਆ ਜਾਂਦਾ ਤੁਹਾਨੂੰ। ਜਦੋਂ ਤੁਹਾਨੂੰ ਵਾਸ਼ਿੰਗ ਸੋਡਾ ਦਾ ਫਾਰਮੂਲਾ ਪੁੱਛਿਆ ਜਾਂਦਾ ਤਾਂ ਨਾਲ ਪਲੱਸ ਇਹਦੇ ਵਿੱਚ 10 ਜਿਹੜੇ ਵਾਟਰ ਮਾਲੀਕਿਊਲਸ ਉਹ ਐਡ ਹੁੰਦੇ ਨੇ। ਜੇ ਵਾਟਰ ਮਾਲੀਕਿਊਲ ਰਿਮੂਵ ਕਰ ਦਈਏ ਅਸੀਂ ਧੁੱਪ 'ਚ ਰੱਖ ਦਈਏ ਤਾਂ ਸੋਡਾ ਐਸ਼ ਰਹਿ ਜਾਂਦੀ, ਜਿਹੜੀ ਬਿਲਕੁਲ ਵੀ ਕਿਸੇ ਵਾਸ਼ਿੰਗ ਪਰਪਜ਼ ਵਾਸਤੇ ਨਹੀਂ ਵਰਤੀ ਜਾ ਸਕਦੀ। ਹੁਣ ਇਹਦੇ ਕਾਮਨ ਨੇਮ ਦੀ ਗੱਲ ਕਰੀਏ ਤਾਂ ਵਾਸ਼ਿੰਗ ਸੋਡਾ, ਕੈਮੀਕਲ ਨੇਮ ਹੈ ਜਿਹੜਾ ਸੋਡੀਅਮ ਕਾਰਬੋਨੇਟ। ਨੈਕਸਟ ਹੈਗਾ ਕੈਮੀਕਲ ਫਾਰਮੂਲਾ Na2CO3, ਜਿਹੜੇ 10 ਪਲੱਸ ਨਾਲ ਕੀ ਹੋਣਗੇ ਇਹਦੇ ਵਾਟਰ ਮਾਲੀਕਿਊਲਸ। ਨੈਕਸਟ ਆਪਾਂ ਗੱਲ ਕਰਦੇ ਹਾਂ ਇਹਦੇ ਯੂਜ਼ ਦੀ। ਇਹਨੂੰ ਵਰਤਿਆ ਜਾਂਦਾ ਫਸਟ ਵਾਸ਼ਿੰਗ ਕਲੋਥਸ ਲਈ, ਜਿਹੜਾ ਆਪਾਂ ਕੱਪੜੇ ਵਗੈਰਾ ਜਿਹੜੇ ਕਲੋਥ ਵਾਸ਼ ਕਰਨੇ ਆ ਉਹਦੇ ਲਈ। ਨੈਕਸਟ ਹੈਗਾ ਲੈਬ ਦੇ ਵਿੱਚ ਜਿਹੜਾ ਆਪਾਂ ਮਟੀਰੀਅਲ ਆ ਜਿਵੇਂ ਸਾਡੀਆਂ ਫਲਾਸਕਾਂ ਟੈਸਟ ਟਿਊਬਾਂ ਉਹਨਾਂ ਨੂੰ ਵਾਸ਼ ਕਰਨ ਦੇ ਲਈ। ਨੈਕਸਟ ਟੈਕਸਟਾਈਲ ਮਿਲ ਜਿਹੜੀ ਕੱਪੜਾ ਮਿਲ ਉਹਦੇ ਵਿੱਚ ਵਾਸ਼ ਕਰਨ ਲਈ ਜਿਹੜਾ ਕਲੋਥ ਵਗੈਰਾ। ਨੈਕਸਟ ਸੋਫਟਨਿੰਗ ਦਾ ਹਾਰਡ ਵਾਟਰ, ਜਿਹੜਾ ਹਾਰਡ ਵਾਟਰ ਕਿਹੜਾ ਹੁੰਦਾ ਹੈਗਾ ਜਿਹਦੇ ਵਿੱਚ ਕੁਛ ਇਹੋ ਜਿਹੇ ਜਿਹੜੇ ਆਇਨਸ ਹੁੰਦੇ ਨੇ ਜਿਹੜੇ ਉਹਦੇ ਵਿੱਚ ਅਸੀਂ ਜਦੋਂ ਵੀ ਸੋਪ ਨੂੰ ਯੂਜ਼ ਕਰਦੇ ਹਾਂ ਨਾਲ ਦੀ ਨਾਲ ਉਹਦੇ ਪਿਪਟੀ ਬਣਾ ਕੇ ਜਿਹੜੇ ਪ੍ਰੈਸਿਪਟੇਟ ਉਹ ਨੀਚੇ ਉਹਨੂੰ ਬਿਠਾ ਦਿੰਦੇ ਨੇ,
ਉਹਦੀ ਯਾਨੀ ਕਿ ਝੱਗ ਨਹੀਂ ਬਣਨ ਦਿੰਦੇ। ਜਿਹੜਾ ਹਾਰਡ ਵਾਟਰ ਉਹਦੇ ਵਿੱਚ ਕਦੇ ਵੀ ਜਿਹੜੀ ਸਾਬਣ ਦੀ ਸੋਪ ਦੀ ਜਿਹੜੀ ਝੱਗ ਹੈਗੀ ਲੇਦਰ ਉਹ ਨਹੀਂ ਬਣ ਸਕਦੀ, ਇਸ ਲਈ ਅਸੀਂ ਸੌਫਟ ਵਾਟਰ ਜਿਹੜਾ ਯੂਜ਼ ਕਰਦੇ ਹਾਂ। ਤਾਂ ਹਾਰਡ ਵਾਟਰ ਨੂੰ ਜੇ ਸੌਫਟ ਬਣਾਉਣਾ ਹੈ ਤਾਂ ਅਸੀਂ ਉਹਦੇ ਇੱਕ ਹੀ ਹੱਲ ਹੈ, ਉਹਦੇ ਵਿੱਚ ਵਾਸ਼ਿੰਗ ਸੋਡਾ ਜਿਹੜਾ ਉਹ ਮਿਕਸ ਕਰ ਦਿਓ। ਇਹ ਧਿਆਨ ਰਵੇ, ਵਾਸ਼ਿੰਗ ਸੋਡਾ ਐਡ ਕਰਨ ਨਾਲ ਹਾਰਡ ਵਾਟਰ ਜਿਹੜਾ ਉਹ ਸੌਫਟ ਤਾਂ ਹੋ ਜਾਊਗਾ ਪਰ ਡਰਿੰਕੇਬਲ ਨਹੀਂ ਹੁੰਦਾ ਕਦੇ ਵੀ। ਉਹ ਕਦੇ ਅਸੀਂ ਵਾਸ਼ਿੰਗ ਸੋਡਾ ਡਿਟਰਜੈਂਟ ਵਗੈਰਾ ਉਹਦੇ ਵਿੱਚ ਮਿਕਸ ਕਰਕੇ ਪਾਣੀ 'ਚ ਉਹਨੂੰ ਪੀਣ ਯੋਗ ਬਣਾ ਲਾਂਗੇ। ਇਹ ਸਿਰਫ ਕਲੋਥ ਵਾਸ਼ ਕਰਨ ਲਈ ਹੀ ਵਰਤਿਆ ਜਾ ਸਕਦਾ ਹੈਗਾ। ਲਾਸਟ ਜਿਹੜਾ ਆਪਾਂ ਸਾਲਟ ਪੜ੍ਹ ਦਿਆਂਗੇ POP ਪਲਾਸਟਰ ਆਫ ਪੈਰਿਸ ਬਾਰੇ। ਇਹ ਸਾਡੇ ਕੋਲ ਪਲਾਸਟਰ ਆਫ ਪੈਰਿਸ ਜਿਹਨੂੰ ਪ੍ਰੈਪਰੇਸ਼ਨ ਜਿਹੜੀ ਉਹਦੀ ਕਰਨੀ ਹੋਵੇ ਤਾਂ ਹੀਟ ਕੀਤਾ ਜਾਂਦਾ ਜਿਪਸਮ ਨੂੰ। ਜਿਪਸਮ ਕੀ ਹੁੰਦੀ ਹੈ? ਕੈਲਸ਼ੀਅਮ ਸਲਫੇਟ। ਜਦੋਂ ਕੈਲਸ਼ੀਅਮ ਸਲਫੇਟ ਨੂੰ ਹੀਟ ਕਰਾਂਗੇ ਤਾਂ ਨਾਲ ਦੀ ਨਾਲ ਸਾਡੇ ਕੋਲ ਜਿਹੜਾ ਪਲਾਸਟਰ ਆਫ ਪੈਰਿਸ ਜਿਹਨੂੰ POP ਵੀ ਬੋਲਿਆ ਜਾਂਦਾ ਉਹ ਤਿਆਰ ਹੋ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਵਾਟਰ ਦਾ ਲੋਸ ਹੋ ਜਾਂਦਾ ਇਹਨੂੰ ਹੀਟ ਕਰਨ ਨਾਲ। ਕਾਮਨ ਨੇਮ ਹੈ ਜਿਹੜਾ ਪਲਾਸਟਰ ਆਫ ਪੈਰਿਸ ਜਿਹੜਾ ਵਰਤਿਆ ਜਾਂਦਾ। ਕੈਮੀਕਲ ਫਾਰਮੂਲਾ ਕੈਲਸ਼ੀਅਮ ਸਲਫੇਟ ਜਿਹਦੇ ਨਾਲ ਹਾਫ ਵਾਟਰ ਜਿਹੜਾ ਮੋਲੀਕਿਊਲ ਹੁੰਦਾ, ਹਾਫ ਨੂੰ ਅਸੀਂ ਹੈਮੀ ਵੀ ਬੋਲ ਦਿੰਦੇ ਹਾਂ। ਕੈਮੀਕਲ ਨੇਮ ਜਿਹੜਾ ਲਿਖਣਾ ਹੈ ਉਹ ਫਸਟ ਗਿਆ CA ਕੈਲਸ਼ੀਅਮ ਆ ਜਾਊਗਾ, SO4 ਲੱਗਿਆ ਹੋਇਆ ਇਹਨੂੰ ਅਸੀਂ ਸਲਫੇਟ ਬੋਲਣਾ ਹੈਗਾ। ਨੈਕਸਟ ਇਹਦੇ ਨਾਲ ਵਾਟਰ ਹੈਗਾ ਉਹਨੂੰ ਹਾਈਡਰੇਟ ਬੋਲਿਆ ਜਾਂਦਾ ਹੈ, ਅਤੇ ਅੱਧਾ ਲੱਗਿਆ ਹੋਇਆ ਵਾਟਰ ਹਾਫ ਤਾਂ ਉਹਨੂੰ ਹੈਮੀ ਕੀ ਬੋਲਾਂਗੇ? ਹਾਈਡਰੇਟ, ਯਾਨੀ ਕਿ ਅੱਧਾ ਜਿਹੜਾ ਪਾਣੀ ਦਾ ਅਣੂ ਇਹਦੇ ਵਿੱਚ ਜਿਹੜਾ ਮਾਲੀਕਿਊਲ ਹੋਊਗਾ। ਜਦੋਂ ਤੁਹਾਨੂੰ ਰਿਐਕਸ਼ਨ ਪੁੱਛਿਆ ਜਾਂਦਾ ਰਾਈਟ ਅ ਰਿਐਕਸ਼ਨ ਬਿਟਵੀਨ ਪਲਾਸਟਰ ਆਫ ਪੈਰਿਸ ਐਂਡ ਵਾਟਰ, ਜੇ ਤੁਸੀਂ ਕੈਲਸ਼ੀਅਮ ਸਲਫੇਟ ਜਿਹੜਾ ਹਾਫ ਵਾਟਰ ਮਾਲੀਕਿਊਲ ਹੈ ਪਲਾਸਟਰ ਆਫ ਪੈਰਿਸ ਇੱਕ ਪਾਊਡਰ ਦੀ ਫਾਰਮ 'ਚ ਹੁੰਦਾ ਹੈਗਾ ਬਿਲਕੁਲ ਬਰੀਕ, ਜਿਹਦੇ 'ਚ ਆਪਾਂ ਵਾਟਰ ਜਿਹੜਾ ਮਿਕਸ ਕਰਦੇ ਹਾਂ ਥੋੜ੍ਹਾ ਜਿਹਾ, ਤਾਂ ਨਾਲ ਦੀ ਨਾਲ ਇਹ ਕੀ ਇੱਕ ਹਾਰਡੈਸਟ ਜਿਹੜਾ ਸਬਸਟਾਂਸ ਬਣ ਜਾਂਦਾ ਹੈਗਾ। ਅਤੇ ਨਾਲ ਹੀ ਤੁਹਾਨੂੰ ਇੱਕ ਇੱਥੇ ਹੋਰ ਕੁਐਸਚਨ ਵੀ ਤਿਆਰ ਹੁੰਦਾ ਹੈਗਾ ਵੀ ਇਹਨੂੰ ਮੋਇਸਚਰ ਪ੍ਰੂਫ ਜਿਹੜੇ ਕੰਟੇਨਰ ਦੇ ਵਿੱਚ ਸਟੋਰ ਕਿਉਂ ਕੀਤਾ ਜਾਂਦਾ ਪਲਾਸਟਰ ਆਫ ਪੈਰਿਸ ਨੂੰ। ਤਾਂ ਉਹਦਾ ਰੀਜ਼ਨ ਵੀ ਕੀ ਹੈ? ਕਿਉਂਕਿ ਜਦੋਂ ਹੀ ਇਹਨੂੰ ਪਾਣੀ ਮਿਲਣਾ ਹੈ ਤਾਂ ਨਾਲ ਦੀ ਨਾਲ ਇਹਨੇ ਕੀ ਹੋਇਆ ਨਾ ਹਾਰਡੈਸਟ ਫਾਰਮ ਦੇ ਵਿੱਚ ਕਨਵਰਟ। ਹੁਣ ਆਪਾਂ ਗੱਲ ਕਰੀਏ ਇਹਦੇ ਯੂਜ਼ ਦੀ, ਇਹ ਵਰਤੋਂ 'ਚ ਕਿੱਥੇ ਆਊਗਾ। ਫਸਟ ਜਿਹੜਾ ਪਲਾਸਟਰ ਆਫ ਪੈਰਿਸ ਹੈ ਜਿਹੜਾ ਇਹ ਸਪੋਰਟ ਕਰਦਾ ਹੈਗਾ ਫ੍ਰੈਕਚਰਿੰਗ ਜਿਹੜੇ ਆਪਣੇ ਬੋਨਸ, ਜਦੋਂ ਆਪਣੀ ਹੱਡੀ ਹੈ ਉਹ ਬੋਨ ਬ੍ਰੇਕ ਹੋ ਜਾਂਦੀ ਹੈ ਉਹਨੂੰ ਇੱਕ ਜਗ੍ਹਾ 'ਤੇ ਫਿਕਸ ਰੱਖਣ ਵਾਸਤੇ ਸਪੋਰਟ ਕਰਨ ਦੇ ਲਈ ਜਿਹੜਾ ਪਲਾਸਟਰ ਆਫ ਪੈਰਿਸ ਉਹਨੂੰ ਡਾਕਟਰ ਜਿਹੜੇ ਉਹ ਯੂਜ਼ ਕਰਦੇ ਨੇ। ਨੈਕਸਟ ਇਹ ਯੂਜ਼ ਕੀਤਾ ਜਾਂਦਾ ਮੇਕਿੰਗ ਟੁਆਇਸ ਜਿਹੜੇ ਖਿਡੌਣੇ ਬਣਾਉਣ ਵਾਸਤੇ, ਮਟੀਰੀਅਲ ਫਾਰ ਡੈਕੋਰੇਸ਼ਨ ਯਾਨੀ ਕਿ ਆਪਣੇ ਜਿਹੜੇ ਬਿਲਡਿੰਗ ਵਗੈਰਾ ਉਹਦੀਆਂ ਜਿਹੜੀਆਂ ਰੂਫ ਛੱਤ ਜਿਹੜੀ ਉਹਨੂੰ ਡੈਕੋਰੇਟ ਕਰਨ ਲਈ ਵੀ ਜਿਹੜਾ ਯੂਜ਼ ਕੀਤਾ ਜਾਂਦਾ ਹੈਗਾ ਪਲਾਸਟਰ ਆਫ ਪੈਰਿਸ। ਇਹ ਸੀ ਤੁਹਾਡੇ ਇੰਪੋਰਟੈਂਟ ਸਾਲਟ ਜਿਹੜੇ ਆਪਾਂ ਜਿਨ੍ਹਾਂ ਦੇ ਵਿੱਚ ਰਾ ਮਟੀਰੀਅਲ ਜਿਹੜਾ ਸੋਡੀਅਮ ਕਲੋਰਾਈਡ ਨੂੰ ਮੋਸਟਲੀ ਜਿਹੜਾ ਯੂਜ਼ ਕੀਤਾ ਜਾਂਦਾ ਹੁੰਦਾ। ਤਾਂ ਇਹ ਸਾਲਟਾਂ ਬਾਰੇ ਧਿਆਨ ਰਵੇ। ਮੈਂ ਲਾਸਟ 'ਤੇ ਫਿਰ ਤੁਹਾਨੂੰ ਕਹਿ ਰਿਹਾ ਇਹ 3 ਮੇਨ ਕੁਐਸਚਨ ਤੁਹਾਡੇ ਬਣਨਗੇ, ਰਾਈਟ ਕਾਮਨ ਨੇਮ, ਰਾਈਟ ਕੈਮੀਕਲ ਫਾਰਮੂਲਾ, ਰਾਈਟ ਕੈਮੀਕਲ ਨੇਮ। ਜਾਂ ਤੁਹਾਨੂੰ ਉਲਟਾ ਕਰਤਾ ਜਾਂਦਾ ਵੀ ਕੈਲਸ਼ੀਅਮ ਸਲਫੇਟ ਜਿਹੜਾ ਹੈਮੀਹਾਈਡਰੇਟ ਦਾ ਕੈਮੀਕਲ ਫਾਰਮੂਲਾ ਜਿਹੜਾ ਉਹ ਰਾਈਟ ਕਰੋ। ਤਾਂ ਇਸ ਤਰ੍ਹਾਂ ਤੁਸੀਂ ਇਹ ਸਾਰੇ ਜਿਹੜੇ ਪਾਰਟ ਹੈ ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰ ਲਓ। ਜਿਹੜਾ ਐਸਿਡ 'ਤੇ ਬੇਸ ਦਾ ਤੁਹਾਡਾ ਯੂਨਿਟ ਹੈ ਉਹ ਕੰਪਲੀਟ ਹੋ ਚੁੱਕੇ। ਤਾਂ ਸਟੂਡੈਂਟਸ ਜਿਹੜਾ ਲਾਸਟ ਦੇ ਵਿੱਚ ਤਾਂ ਫਿਰ ਮੈਂ ਇਹੀ ਕਹਿਣਾ ਵੀ ਜਿਹੜਾ ਤੁਹਾਡਾ ਕੋਈ ਕੁਐਸਚਨ ਹੈ, ਕੋਈ ਨਹੀਂ ਸਮਝ ਆ ਰਿਹਾ, ਕੁਛ ਕਲੀਅਰ ਨਹੀਂ, ਤਾਂ ਉਹ ਬਾਰ-ਬਾਰ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਕਮੈਂਟ ਛੱਡਦੇ ਰਿਹਾ ਕਰੋ ਤਾਂ ਕਿ ਮੈਨੂੰ ਵੀ ਪਤਾ ਲੱਗਦਾ ਰਹੇ ਤੁਹਾਨੂੰ ਕੁਛ ਕਲੀਅਰ ਹੋ ਵੀ ਰਿਹਾ ਜਾਂ ਨਹੀਂ। ਇਹਦੇ ਨਾਲ ਹੀ ਬੱਚੋ ਜਿਹੜਾ ਅਗਲਾ ਜਿਹੜਾ ਆਪਣਾ ਲੈਸਨ ਹੈ ਉਹ ਅੱਗੇ ਕੰਟੀਨਿਊ ਕਰਾਂਗੇ। ਪਹਿਲਾਂ ਮੈਨੂੰ ਇਹ ਉਮੀਦ ਰੱਖਦਾ ਤਾਂ ਉੱਥੋਂ ਵੀ ਤੁਸੀਂ ਸਾਰਾ ਇਹ ਪਾਰਟ ਜਿਹੜਾ ਉਹ ਚੰਗੀ ਤਰ੍ਹਾਂ ਕਰ ਲਓਗੇ, NCERT ਕੁਐਸਚਨ ਵਗੈਰਾ ਕਵਰ ਕਰਨ ਦੀ ਕੋਸ਼ਿਸ਼ ਕਰੋਗੇ। ਅਤੇ ਜਿਹੜੀ ਵੀਡੀਓ ਹੈਗੀ ਉਹ ਤੁਹਾਡੀ ਲਗਭਗ ਜਿਹੜੀ ਕਹਿ ਸਕਦੇ ਹੋ 29 ਕੁ ਮਿੰਟਾਂ ਦੀ ਬਣੀ ਹੈ। ਤਾਂ ਤੁਸੀਂ ਉਹਨੂੰ 3 ਪਾਰਟਾਂ ਦੇ ਵਿੱਚ ਕਰਕੇ ਜਿਹੜਾ ਸਟੱਡੀ ਕਰਨੀ ਹੈ।